नानक गया जापै जाए, नानक गया जापै जाए, जापै जाए, जापै जाए, जापै जाए, जापै जाए। जापै 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 जाए, जापै 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 जाए। नानक गया। ਮਹਾਜ ਅਸੀਂ ਉਹ ਅੰਕ ਸ਼ੁਰੂ ਕਰਨ ਲੱਗੇ ਹਾਂ ਜਪ ਬਾਣੀ ਦਾ। ਉਹ ਹੈ 34ਵਾਂ ਅੰਕ 34। ਜਪ ਬਾਣੀ ਐਸੀ ਹੈ ਵੀ ਜਿੱਦਾਂ ਪੈਸਾ ਫੇ ਕੋਸ਼ਨ ਐਡਾ ਵੱਡਾ ਸਮੁੰਦਰ, ਉਹਨੂੰ ਕੁੱਜੇ 'ਚ ਬੰਦ ਕਰ ਦਿਓ। ਔਰ ਜਿੰਨਾ ਸਾਡਾ ਇਹ 1429 ਸਫ਼ੇ ਦਾ ਬ੍ਰਹਮ ਗਿਆਨ ਹੈ, ਮੈਂ 1430 ਤਾਂ ਨਹੀਂ ਕਹਿਣਾ ਕਿਉਂਕਿ ਗਾਂ ਰਾਗਮਾਲਾ ਆ ਜਾਂਦੀ ਹੈ। 1429 ਤੱਕ ਹੀ ਬੈਣ ਹੈ, ਅਸਲ ਹੈ। ਜਿੱਥੇ ਤੱਕ ਮੁੰਦ ਦਿੱਤੀ ਹੈ ਬਾਣੀ, ਮੁੰਦਾਵਣੀ ਮਹੱਲਾ ਪੰਜਵਾਂ। ਫਿਰ ਸਲੋਕ ਲਾਇਆ ਤੇਰਾ ਕੀਤਾ ਜਾਤੋ ਨਾਈ, ਤਨ ਮਨ ਥੀਵੇ ਹਰਿਆ ਤੱਕ ਹੀ ਬ੍ਰਹਮ ਗਿਆਨ ਹੈ। ਗਾਂ ਅਗਲਾ ਸਫ਼ਾ ਖਾਲੀ ਸੀ, ਇਹਨਾਂ ਨੇ ਰਾਗਮਾਲਾ ਵਾਲ ਕੇ 1430 ਸਫ਼ੇ ਬਣਾਤੇ। तो 1429 ਤੱਕ ਸਫ਼ੇ ਜਿਹੜੇ ਹੈ ਉਹ ਸਾਰਾ ਜਪ ਦਾ ਹੀ ਖਿਲਾਰ ਹੈ। ਜਪ ਬਾਣੀ ਐਡੀ ਡੂੰਘੀ ਹੈ। ਔਰ ਜਪ ਬਾਣੀ ਨਾਨਕ ਜੋਤ ਨੂੰ ਅਕਾਲ ਪੁਰਖ ਨੇ ਆਪ ਭੇਜਿਆ ਇਹ ਗਿਆਨ ਉਹਨਾਂ ਨੂੰ। ਉਹਨਾਂ ਦਾ ਉੱਤੇ ਨਾਂ ਹੈ ਨਹੀਂ, ਮਹੱਲਾ ਨਹੀਂ ਹੈ ਜਪ ਦੇ ਉੱਤੇ ਲਿਖਿਆ। ਮਹੱਲੇ ਰਾਗ ਦੀ ਬਾਣੀ ਨਹੀਂ ਹੈ ਕਿਸੇ ਦੀ, ਇਹਦੀਆਂ ਪੌੜੀਆਂ ਨਹੀਂ ਹੈ। ਪੌੜੀਆਂ ਆਸਾ ਦੀ ਵਾਰ ਦੀਆਂ ਵਾਰਾਂ ਦੀਆਂ ਪੌੜੀਆਂ ਹੁੰਦੀਆਂ ਸੀ। ਇੱਕ ਐਸਾ ਮਸਲਸਲ ਸਿਲਸਿਲੇਦਾਰ ਗਿਆਨ ਡੂੰਘਾ ਹੈ। ਇਹਦੇ ਪਿੱਛੇ ਡਿਜਿਟ ਲਿਖੇ ਹੈ, ਅੰਕ ਹੈ। ਅਸੀਂ ਅੱਜ 34ਵਾਂ ਅੰਕ ਲੈ ਰਹੇ ਹਾਂ। ਔਰ ਇਹਨੂੰ ਪੌੜੀ ਕਹਿਣਾ ਅਗਿਆਨਤਾ ਹੈ, ਜਪ ਜੀ ਸਾਹਿਬ ਕਹਿਣਾ ਅਗਿਆਨਤਾ ਹੈ। ਜਪ ਹੈ ਪੱਪੇ ਨੂੰ ਔਂਕੜ, ਦੋ ਡੰਡੀਆਂ ਇੱਧਰ ਦੋ ਡੰਡੀਆਂ ਇੱਧਰ। ਇਹ ਜਪ ਇਹਦਾ ਹੈਡਿੰਗ ਹੈ। ਅੱਜ ਅਸੀਂ ਉਹਦੇ 14 ਅੰਕ ਲੈਣਾ ਵੀ ਗੁਰੂ ਨਾਨਕ ਕਹਿੰਦਾ ਮੈਂ ਤੇ ਗਿਆ ਉਸ ਥਾਂ। ਪਰ ਜਿਹੜਾ ਇਹ ਪਹਿਲਾ ਖੰਡ ਹੈ, ਇਹਦੇ ਅਖੀਰ ਤੇ ਜਿੱਥੇ ਮੈਂ ਚੜ੍ਹਿਆ, ਇੱਥੋਂ ਗਾਂ ਅਗਲਾ ਗਿਆਨ ਖੰਡ ਆਏਗਾ। ਪਰ ਮੈਂ ਧਰਮ ਖੰਡ ਤੋਂ ਬਾਅਦ ਇਹਦੀ ਚੜ੍ਹਾਈ ਤੇ ਜਿਹੜਾ ਚੜ੍ਹਿਆ ਹੈ, ਮੈਂ ਤੇ ਗਿਆ, ਪਰ ਜਪ ਕੇ ਹੀ ਉੱਥੇ ਜਾ ਸਕੀਦਾ ਹੈ। ਜਾਪੈ ਜਾਏ, ਜਾਪੈ ਜਾਏ, ਕਿਉਂਕਿ ਜਪ ਕਰਨਾ ਹੈ, ਭਗਤੀ ਕਰਨੀ ਹੈ। ਭਗਤੀ ਤੋਂ ਬਗੈਰ ਉੱਥੇ ਨਹੀਂ ਪਹੁੰਚ ਸਕਦਾ। ਸਾਡੀ ਭਗਤੀ ਹੋਰ ਕੋਈ ਭਗਤੀ ਨਹੀਂ ਹੈ। ਪਰਮੇਸ਼ਰ ਦਾ ਨਾਮ ਜਪਣਾ ਹੀ ਸਾਡੀ ਭਗਤੀ ਹੈ। ਔਰ ਉਹ ਜਪ ਜਪ ਕੇ ਹੀ ਨਾਮ ਨੂੰ ਅਸੀਂ ਇੱਥੇ ਗਏ। ਨਾਨਕ ਛਾਪ, ਨਾਨਕ ਇੱਥੇ ਛਾਪ ਹੈ। ਨਾਨਕ ਤੇ ਗਿਆ, ਨਾਨਕ ਜੋਤ ਚੜ੍ਹ ਗਈ, ਪਰ ਹਲੀ ਧਰਮਖੰਡ 'ਚ ਹੀ ਵੜੀ ਹੈ, ਉਹਦੇ ਅਖੀਰ ਤੇ ਪਹੁੰਚੀ ਹੈ। ਧਰਮਖੰਡ ਦਾ ਜੀ ਬਿਆਨ ਕਰਾਂਗੇ ਵੀ ਜਿਹੜਾ ਹੈ ਇਹ ਕੀ ਚੀਜ਼ ਹੈ। ਨਾਮ ਬਾਰ ਮਾਰੇ ਕਹਿੰਦੇ ਮੈਂ ਤੇ ਗਿਆ। ਨਾਨਕ ਗਿਆ ਜਾਪੈ ਜਾਏ,
ਇੱਥੇ ਇਹਦਾ ਸਾਰੇ ਟੀਕੇ ਵਾਲੇ ਮਤਲਬ ਕਰਦੇ ਜੀ ਨਾਨਕ ਤੇ ਗਿਆ ਤੇ ਤੈਨੂੰ ਉੱਥੇ ਜਾ ਕੇ ਹੀ ਪਤਾ ਲੱਗੇਗਾ ਜਾਪੇ ਦਾ ਮਤਲਬ, ਕਿਉਂਕਿ ਉਹਨਾਂ ਦਾ ਜਪਣ ਤੇ ਯਕੀਨ ਨਹੀਂ। ਉਹ ਕਹਿੰਦੇ ਤੈਨੂੰ ਉੱਥੇ ਜਾ ਕੇ ਹੀ ਜਾਪੇਗਾ ਵੀ ਤੈਨੂੰ, ਤੂੰ ਉੱਥੇ ਜਾ ਕੇ ਹੀ ਤੈਨੂੰ ਪਤਾ ਲੱਗੂਗਾ। ਨਾਨਕ ਜਿਹੜਾ ਜਿਹਨੂੰ ਉਹ ਖੰਡ 'ਚ ਵੜ ਹੀ ਨਹੀਂ ਸਕਦਾ ਤਾਂ ਤੱਕ ਜਾ ਕੇ ਉਹ ਉੱਥੇ ਜਾ ਕੇ ਕਿੱਦਾਂ ਉਹਨੂੰ ਪਤਾ ਲੱਗੂਗਾ? ਉੱਥੇ ਤੇ ਉਹ ਜਾ ਸਕਦਾ ਹੀ ਨਹੀਂ। ਉਹ ਕਹਿੰਦੇ ਜੀ ਉੱਥੇ ਜਾ ਕੇ ਹੀ ਪਤਾ ਲੱਗੂਗਾ। ਪ੍ਰੋਫੈਸਰ ਸਾਹਿਬ ਸੇ ਲਿਖਦੇ ਵੀ ਉੱਥੇ ਜਾਏਗਾ ਤਾਂ ਤੈਨੂੰ ਪਤਾ ਲੱਗੂਗਾ। ਨਾਨਕ ਤੇ ਗਿਆ ਪਰ ਤੈਨੂੰ ਉੱਥੇ ਜਾ ਕੇ ਪਤਾ ਲੱਗੂ ਵੀ ਏਦਾਂ ਉੱਥੇ ਸੱਚਾ ਦਰਬਾਰ ਹੈ, ਲੇਖਾ ਹੁੰਦਾ, ਸਭ ਕੁਝ ਹੁੰਦਾ, ਸਭ ਕੁਝ ਉੱਥੇ ਜਾਏਗਾ ਤਾਂ ਤੈਨੂੰ ਉੱਥੇ ਜਾਏਗਾ ਹੀ ਕਿੱਦਾਂ? ਇਸ ਕਰਕੇ ਮਾਰੀ ਕਹਿੰਦੇ ਮੈਂ ਤੇ ਗਿਆ ਪਰ ਮੈਂ ਜਪ ਕੇ ਗਿਆ, ਤੂੰ ਵੀ ਜਾ ਸਕਦਾ। ਨਾਨਕ ਗਿਆ ਜਾਪੈ ਜਾਏ, ਨਾਨਕ ਗਿਆ ਜਾਪੈ ਜਾਏ। ਉੱਥੇ ਕਿੱਦਾਂ ਜਾਈਦਾ? ਨਦਰੀ ਕਰਮੇ ਪਵੈ ਨਿਸ਼ਾਨ, ਨਦਰੀ ਕਰਮੇ ਪਵੈ ਨਿਸ਼ਾਨ। ਉਹਦੀ ਨਜ਼ਰ ਨਾ ਤੇ ਮਿਹਰ ਨਾ ਜਿਨ੍ਹਾਂ ਦੇ ਆ ਜਿਹੜਾ ਸ਼ਬਦ ਜਪਦੇ ਆ ਉਹ ਮਸਤਕ 'ਚ ਦਗਨ। ਰਾਮਦਾਸ ਸੋਢੀ ਤਿਲਕ ਦੀਆ ਸੱਚ ਸ਼ਬਦ ਨਿਸ਼ਾਨ। ਸੁੰਦਰ ਦੀ ਸੱਦ 'ਚ ਆਉਂਦਾ, ਸਾਡੀ ਬਾਣੀ 'ਚ ਆਉਂਦਾ, ਗ੍ਰੰਥ 'ਚ ਵੀ ਰਾਮਦਾਸ ਦਾ ਜਿਸਮ ਨੂੰ ਸੋਢੀ ਤਾਂ ਲਿਖਿਆ ਵੀ ਹੋਰ ਕੋਈ ਨਾ ਸਮਝ ਲੈਣ, ਨਹੀਂ ਤੇ ਰਾਮਦਾਸ ਤੇ ਰੱਬ ਰੂਪ ਸੀ। ਪਰ ਨਾਲ ਜਾਤ ਤਾਂ ਲਿਖੀ ਵੀ ਹੋਰ ਕੋਈ ਨਾ ਸਮਝ ਲੈਣ ਬੰਦਾ ਜਿਹੜਾ ਰਾਮਦਾਸ। ਇਹ ਬਾਣੀ ਨਹੀਂ ਹੈ, ਉਹ ਕਿ ਸੁੰਦਰ ਹੈ, ਕੋਈ ਲਿਖਾਰੀ। ਉਹਦੀ ਜਿੱਥੇ ਤੱਕ ਚੜਾਈ ਹੈ ਉਹਨੇ ਲਿਖਿਆ, ਪਰ ਹਿਸਟਰੀ ਸਾਨੂੰ ਅਸੀਂ ਲੈਣੀ ਵੀ ਉਸ ਵੇਲੇ ਦਾ ਕੋਈ ਬੰਦਾ ਹੈ ਜਿਹੜਾ ਹੈ ਸੁੰਦਰ ਹੈ, ਉਹਦਾ ਨਾਂ ਸੱਦ ਦੇ ਰਿਹਾ। ਲੇਕਿਨ ਬਾਣੀ ਸਾਡੇ ਗ੍ਰੰਥ 'ਚ ਦੇਖਦੇ ਹਾਂ ਉਹਦੀ ਜਿੱਥੇ ਤੱਕ ਲੈਵਲ ਹੈ ਅਸੀਂ ਉਹਦੇ 'ਚੋਂ ਇੱਕ ਗੁਣ ਲੈਣੇ ਹੈ ਵੀ ਕੈਸੀ ਹਿਸਟਰੀ ਉਸ ਵੇਲੇ ਦੀ ਲਿਖੀ ਹੈ। ਆਮ ਕਹਾਣੀਆਂ ਵਾਜਾਂ ਨਾਲ ਸਾਰੀ ਚੀਜ਼ ਕਹਾਣੀਆਂ ਤੋਂ ਚਲੀ ਆ ਰਹੀ ਸੀ ਵੀ ਇਹਨਾਂ ਨੇ ਇੱਕ ਨਾਵਲ ਕਰੈਕਟਰ ਬਣਾਏ ਆ। ਜਿੱਦਾਂ ਨਾਨਕ ਸਿੰਘ ਦੇ ਨਾਵਲਾਂ 'ਚ ਕਰੈਕਟਰ ਹੈ, ਜਿੱਦਾਂ ਭਾਈ ਵੀਰ ਸਿੰਘ ਨੇ ਸੁੰਦਰੀ ਨਾਵਲ ਲਿਖਿਆ ਔਰ 'ਚ ਇੱਕ ਸੁੰਦਰੀ ਕਰੈਕਟਰ ਬਣਾਤਾ। ਐਗਜ਼ਿਸਟ ਨਹੀਂ ਉਹ ਕਰਦੀ। ਬਿਜਲਾ ਸਿੰਘ ਨਾਂ ਰੱਖ ਦਿੱਤਾ। ਹੋਰ ਉਹਦੇ ਸਾਰੇ ਹੀ ਨਾਵਲ ਦੇ ਵਿੱਚ ਸਿੱਖ ਸਾਰੇ ਹੀ ਚੰਗੇ ਤੇ ਮੁਸਲਮਾਨ ਸਾਰੇ ਹੀ ਭੈੜੇ। ਕਦੀ ਹੋ ਸਕਦਾ ਨਾਵਲ 'ਚ? ਉਹਦੀ ਆਪਣੀ ਨਾਵਲ ਹੈ ਸੁੰਦਰੀ ਦਾ, ਉਹ 'ਚ ਸਿੱਖ ਇੰਨੇ ਵਧੀਆ ਦਿਖਾਲੇ ਔਰ ਉਹ ਕਦੇ ਵੀ ਉਹਨਾਂ ਤੇ ਇੰਨਾ ਜ਼ੁਲਮ, ਸਾਰੇ ਸਿੱਖ, ਕਿਸੇ ਮੁਸਲਮਾਨ ਦੀ ਸਿਫਤ ਨਹੀਂ ਕੀਤੀ ਵਿੱਚ। ਸੁੰਦਰੀ ਦਾ ਨਾਵਲ ਹੈ ਉਹਦੀ। ਹੁਣ ਸੁੰਦਰੀ ਅਸੀਂ ਉਹ ਸੱਚਾਈਆਂ ਜ਼ਾਹਰ ਕਰਦੇ ਹਾਂ ਜਿਹੜੀਆਂ ਹੁਣ ਹੋ ਰਹੀਆਂ ਹੈ। ਇਹ ਸੁੰਦਰੀ ਕਾਹਨੂੰ ਆਣ ਦੇ ਸ਼ੰਭ 'ਚ ਉਹਨਾਂ ਪੈਲੀਆਂ 'ਚ ਜਾਂ ਉਹਨਾਂ ਦੇਸਾਂ ਜਿੱਥੇ ਦਾ ਮੈਂ ਰਹਿਣ ਵਾਲਾ। ਮੇਰੇ ਸਹੁਰੇ ਆ ਉਸ ਪਿੰਡ ਜਿੱਥੇ ਸੁੰਦਰੀ ਦੀ ਸਮਾਧ ਇਹਨਾਂ ਨੇ ਬਣਾ ਕੇ ਬਹੁਤ ਵੱਡਾ ਗੁਰਦੁਆਰਾ ਬਣਾਇਆ ਹੁਣ ਸ਼ਾਲਿਆਂ ਦੇ ਲਾਗੇ। ਔਰ ਉਹ ਸ਼ਾਲੇ ਸਾਰੇ ਹੀ ਮੇਰੇ ਫਾਦਰ ਨੇ ਲਾ ਦੀ ਜ਼ਮੀਨ ਆ, ਸਾਰੇ ਖਰੇ ਕਿੰਨੇ 2200 ਕਮਾ ਸਾਰਾ ਉਹਦੇ ਵਿੱਚ ਹੁਣ ਇੱਕ ਕਬਰ ਬਣਾਓ, ਉੱਥੇ ਗੁਰਦੁਆਰਾ ਬਣ ਰਿਹਾ ਬੜਾ ਭਾਰਾ। ਸੁੰਦਰੀ ਜੀ ਇੱਥੇ ਸ਼ਹੀਦ ਹੋਈ ਸੀ ਜੋ ਨਾਵਲ 'ਚ ਲਿਖੀ ਹੈ। ਜਿੱਦਾਂ ਸਾਰੇ ਝੂਠੇ ਗੁਰਦੁਆਰੇ ਕਹਾਣੀਆਂ ਦੇ ਸਿਰ ਤੇ ਬਣ ਰਹੇ, ਉਹ ਤੇ ਐਡਾ ਗੁਰਦੁਆਰਾ, ਉਹ ਜਗ੍ਹਾ ਬੜੀ, ਉਹ ਪਹਿਲਾਂ ਸਾਰੀ ਪੈਲੀ ਸ਼ੰਭ ਹੁੰਦਾ ਸੀ, ਉਹ ਕਦੀ ਬਾਉਂਦੇ ਨਹੀਂ ਸੀ ਹੁੰਦੇ। ਤੇ ਉੱਥੇ ਲਾਗੇ ਜਾਈ ਜਾ ਕਿਤੇ ਉਹ ਜਿਸ ਵੇਲੇ ਹਲ ਜੋਲਣ ਅਸਲ 'ਚ ਸਾਰੇ ਸ਼ੰਭ 'ਚ ਸ਼ਹੀਦੀ ਪਹਿਰਾ ਹੈ। ਉੱਥੇ ਬਹੁਤ ਸ਼ਹੀਦੀਆਂ ਹੋਈਆਂ ਸਿੰਘਾਂ ਦੀਆਂ ਤੇ ਉਹ ਜਿਹੜੀਆਂ ਰੂਹਾਂ ਹੁੰਦੀਆਂ, ਇਹ ਹੈ ਸ਼ਹੀਦੀ ਫੌਜਾਂ ਪਰ ਜੂਨ ਹੈ। ਉਸ ਜਗ੍ਹਾ ਆਣ ਕੇ ਕਿਸੇ ਖਾਸ ਜਗ੍ਹਾ ਇੱਕ ਨਾ, ਉਹ ਜਦੋਂ ਹਲ ਜੋੜਨਾ ਨਾ ਉੱਥੇ ਬੌਲਦ ਬਹਿ ਜਾਣੇ, ਹਲ ਤੁਰਨਾ ਹੀ ਨਾ ਉਸ ਜ਼ਮੀਨ 'ਚ। ਉਹਨਾਂ ਨੇ ਕਿਹਾ ਪਤਾ ਨਹੀਂ ਕੀ ਹੁੰਦਾ ਏ। ਉਹ ਪਿੰਡ 'ਚ ਰੌਲਾ ਪੈ ਗਿਆ। ਉਹ ਫਿਰ ਕਈ ਵਾਰੀ ਪੈ ਕੇ ਉਸ ਲੇਕਿਨ ਰਾਤ ਨੂੰ ਉੱਥੇ ਹਮੇਸ਼ਾ ਹੀ ਹਾੜਾ ਪੈਂਦਾ ਸੀ ਮਾਲ ਦਾ। ਉਹ ਸ਼ਹੀਦ ਰੂਹਾਂ ਦਾ ਉੱਥੇ ਵਾਸਾ ਹੈ ਸਾਰੇ ਬਣ 'ਚ। ਅਸੀਂ ਆਪ ਆਪਣੇ ਸੱਚ ਬੀਤੀਆਂ ਤਾਂ ਦੱਸਦਾ ਵੀ ਕਿੱਦਾਂ ਬਣਦੇ ਆ ਗੁਰਦੁਆਰੇ। ਉਹਨਾਂ ਨੇ ਜਗ੍ਹਾ ਦੇਖੀ ਤੇ ਉਹ ਸੁੰਦਰੀ ਦੇ ਨਾਵਲ ਪੜ੍ਹਨ ਵਾਲੇ ਕਹਿੰਦੇ ਉਹ ਇੱਥੇ ਤੇ ਸੁੰਦਰੀ ਮਰੀ ਹੈ। ਉੱਥੇ ਹੁਣ ਬੜਾ ਪਾਰਾ ਮੇਲਾ ਲੱਗਦਾ, ਸੁੰਦਰੀ ਜੀ ਇੱਥੇ ਸਾਰਾ ਨਾਵਲ ਦੀ ਸੱਚਾਈ ਹੋ ਗਈ। ਲੇਕਿਨ ਉੱਥੇ ਉਹ ਸਾਰੀ ਬਣਾ ਕੇ ਉਹਨੂੰ ਪੂਜਣ ਲੱਗ ਪਏ।
ਸੁੰਦਰ ਦੀ ਸੱਦ ਤੇ ਕੁਛ ਹੋਰ ਲਿਖਦੀ, ਰਾਮਦਾਸ ਸੋਢੀ ਤਿਲਕ ਦਿਓ, ਉਹ ਨਹੀਂ, ਉਹ ਲਿਖਦਾ ਸੱਚ ਸ਼ਬਦ ਨਿਸ਼ਾਨ। ਸ਼ਬਦ ਉਹਦੇ ਮੱਥੇ 'ਚ ਚਲਾ ਦਿੰਦਾ ਸੀ ਅਗਲਾ। ਉਹ ਇੰਨਾ ਜਪਣਾ, ਐਡਾ ਤਕੜਾ ਉਹ ਅਭਿਆਸੀ ਹੋ ਜਾਂਦਾ ਸੀ, ਉਹਦੀ 'ਚ ਨਾਨਕ ਜੋਤ ਆਉਂਦੀ ਸੀ, ਕਿਉਂਕਿ ਉਹਨਾਂ ਦੇ ਮੱਥੇ ਦਗਣ ਲੱਗ ਪੈਂਦੇ ਸੀ। ਅਸੀਂ ਸਦਾ ਹੀ ਦੱਸ ਦਈਏ ਵੀ ਜਿਹੜੇ ਮੱਥੇ 'ਚ ਦਗਣਾ ਹੈ ਨਾ, ਲਿਖਿਆ ਹਮਰੇ ਮਸਤਕ ਦਾਗ ਦਗੋਨੇ, ਗੁਰੂ ਰਾਮਦਾਸ ਸਾਹਿਬ ਬਾਣੀ ਦਿੰਦੇ ਵੀ ਸਾਡੇ ਮਸਤਕ ਦਾਗੇ ਗਏ ਆ। ਕਬੀਰ ਸਾਹਿਬ ਕਹਿੰਦਾ ਦਾਗੇ ਹੋਏ 94 ਜੂਝੇ, ਬਿਨ ਦਾਗੇ ਭੱਗ ਜਾਏ। ਇਹ ਦਾਗ ਕੀ ਹੈ? ਦਾਗ ਭਾਈ ਸਾਹਿਬ ਜੀ ਉਹ ਚੀਜ਼ ਹੈ ਜਿਹੜਾ ਬੰਦੇ ਨੂੰ ਬੰਦਾ ਗੁਲਾਮ ਬਣਾ ਲੈਂਦਾ ਸੀ ਨਾ। ਹਿੰਦੁਸਤਾਨ ਦੇ ਵਿੱਚ ਵੀ, ਮਹਾਭਾਰਤ ਵਿੱਚ ਵੀ, ਇੰਡੀਆ ਵਿੱਚ ਵੀ, ਆ ਅਮਰੀਕਾ 'ਚ ਗੁਲਾਮੀ ਤੋਂ ਪਹਿਲਾਂ ਸਾਡੇ ਹਿੰਦੁਸਤਾਨ 'ਚ ਇਹ ਬਿਮਾਰੀ ਸੀ ਵੀ ਬਾਦਸ਼ਾਹ ਅਫਰੀਕਾ ਦੇ ਜੰਗਲਾਂ 'ਚੋਂ ਗੁਲਾਮ ਫੜ ਕੇ ਆਪਣੇ ਗੁਲਾਮ ਕਰ ਲੈਂਦੇ ਸੀ। ਔਰ ਜਿਹੜਾ ਗੁਲਾਮ ਹੁੰਦਾ ਸੀ, ਉਹਦੀ ਸਭ ਤੋਂ ਵੱਡੀ ਨਿਸ਼ਾਨੀ ਇਹ ਹੁੰਦੀ ਸੀ ਵੀ ਜਦੋਂ ਉਹਨੂੰ ਗੁਲਾਮ ਕਰਨਾ ਹੋਏ ਕਿਸੇ ਨਾਲ, ਜਿਹਦਾ ਉਹਨੇ ਖਰੀਦਿਆ ਹੋਵੇ ਗੁਲਾਮ, ਉਹਨੂੰ ਖੜਾ ਕਰਕੇ ਉਹਦੇ ਹੱਥ ਪੈਰ ਬੰਨ੍ਹ ਕੇ ਵਿਚਾਰੇ ਨੂੰ ਇੱਕ ਪੈਸਾ ਤਾਂਬੇ ਦਾ ਲੈ ਕੇ, ਐਡਾ ਵੱਡਾ ਪੈਸਾ ਜਿਹੜਾ ਹੁੰਦਾ ਸਿੱਕਾ ਤਾਂਬਾ, ਉਹਨੂੰ ਅੱਗ 'ਚ ਗਰਮ ਕਰਕੇ ਲਾਲ ਕਰਕੇ ਉਹਦੇ ਮੱਥੇ ਤੇ ਠੋਕ ਦਿੱਤਾ ਜਾਂਦਾ ਸੀ ਤੇ ਉਹਦਾ ਮਸਤਾ ਛੱਡ ਜਾਂਦਾ ਸੀ ਉਹਨਾਂ ਹਿੱਸਾ। ਫਿਰ ਪੈਸਾ ਲੱਥ ਜਾਂਦਾ ਸੀ, ਉਹਦੇ ਹੱਥ ਖੋਲ ਦਿੰਦੇ ਸੀ। ਉਹਦਾ ਦਾਗਿਆ ਹੋਇਆ ਮੱਥਾ ਸਾਰੀ ਉਹ ਉਮਰ ਕਿਤੇ ਉਹ ਨਿਕਲ ਨਹੀਂ ਸੀ ਸਕਦਾ, ਪਛਾਣਿਆ ਜਾਂਦਾ ਸੀ ਵੀ ਇਹ ਦਾਗਿਆ ਹੋਇਆ ਗੁਲਾਮ ਹੈ। ਇਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਕਹਿੰਦੇ ਮੈਂ ਰੱਬ ਦਾ ਗੁਲਾਮ ਹੈ, ਹਮਰੇ ਮਸਤਕ ਦਾਗ ਦਗੋਨੇ। पूर्व जन्म, कबीर साहब आए हम, पूर्व जन्म हम तुम्हारे सेवक, अब तो मिटिया न जाई, तेरे द्वारे धुन सहज की माथे मेरे दगाई। ਜਿਹੜੇ ਸ਼ਬਦ ਜਪਣ ਵਾਲੇ ਹੈ ਉਹਨਾਂ ਦੇ ਮਸਤਕ 'ਚ ਜੋਤ ਆ ਜਾਂਦੀ, ਉਹਨਾਂ ਦੇ ਦਗ ਦਗ ਉਸ ਨਿਸ਼ਾਨ ਦੀ ਬਜਾਏ ਉਹਨਾਂ ਦੇ ਮੱਥੇ ਲਿਸ਼ਕਦੇ ਨੇ। ਇਸੇ ਕਰਕੇ ਮਹਾਰਾਜ ਨੇ ਲਿਖਿਆ ਹੈ ਭਈ ਹਮਰੇ ਮਸਤਕ ਦਾਗ ਦਗੋਨੇ। ਮੈਂ ਤੇ ਤੇਰਾ ਕੁੱਤਾ ਵੀ ਨਹੀਂ ਹੈ, ਮੈਂ ਤੇਰੇ ਕੁਤਰਾ ਹਾਂ, ਮੈਂ ਛੋਟਾ ਜਿਹਾ ਕਤੂਰਾ ਹਾਂ। ਐਡੀ ਗਰੀਬੀ ਔਰ ਜਿਹੜੀ ਗੁਲਾਮੀ ਦੀ ਰਸਮ ਸੀ ਉਹਦਾ ਇਹ ਲਫ਼ਜ਼ ਸੀ। ਇਸੇ ਕਰਕੇ ਮਹਾਰਾਜ ਆਪਣੀ ਬਾਬਾ ਨਾਨਕ ਕਹਿੰਦਾ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਮ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ। ਇਹ ਜਿੰਨੀ ਬਾਣੀ ਲਿਖੀ ਗਈ ਹੈ ਇਸ ਤਰ੍ਹਾਂ ਗੁਲਾਮ ਹੋ ਕੇ ਰੱਬ ਦੀ ਗਰੀਬੀ 'ਚ ਇਹ ਲਿਖੀ ਹੈ। ਇਸ ਕਰਕੇ ਉਹ ਜਿਹੜਾ ਨਿਸ਼ਾਨ ਸੀ ਨਾ ਮੱਥੇ ਤੇ ਲੱਗ ਜਾਂਦਾ। ਇਹ ਜਿਹੜੇ ਭਗਤ ਹੁੰਦੇ ਆ ਇਹ ਆਪਣੇ ਜੀਂਦੇ ਜੀ ਨਾਮ ਜਪ ਕੇ ਤੇ ਪ੍ਰਗਟੀ ਜੋਤ ਮਹਾਂਤ ਕੇ ਮਾਥੇ ਨਾਨਕ ਉਦਰੇ ਤਿੰਨ ਕੇ ਸਾਥੇ। ਉਹ ਐਡੇ ਤਕੜੇ ਅਭਿਆਸੀ ਹੋ ਜਾਂਦੇ ਆ ਜਿਸ ਵੇਲੇ ਮਰਨ ਤੋਂ ਬਾਅਦ ਉਹਨਾਂ ਦੀ ਸੂਖਸ਼ਮ ਕਾਇਆ ਦੇ ਨਾਲ ਉਹ ਗਾਂ ਜਾਂਦੇ ਹੈ ਤੇ ਉਹਨਾਂ ਦੇ ਮੱਥੇ ਦਗਦਾ, ਦਰਗਾਹ 'ਚ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਇਹ ਜਿਹੜਾ ਮੱਥੇ ਦਾ ਨਿਸ਼ਾਨ ਹੈ ਇਹ ਹੈ ਵੀਜ਼ਾ। ਜਿੱਦਾਂ ਬਗੈਰ ਵੀਜ਼ੇ ਤੋਂ ਜਿਹਦੇ ਕੋਲ ਵੀਜ਼ਾ ਨਾ ਹੋਵੇ ਅਮਰੀਕਾ ਦਾ, ਉਹ ਬਾਰਡਰ ਤੇ ਆਣ ਕੇ ਐਂ ਦੇਖਦਾ ਜਿੱਦਾਂ ਖੋਤਾ ਧੁੰਦ 'ਚ ਦੇਖਦਾ। ਧੁੰਦ ਪਈ ਯਾਰ ਮੇਰੇ ਕੋਲ ਤੇ ਵੀਜ਼ਾ ਨਹੀਂ। ਉੱਥੇ ਉਹ ਜਮਦੂਤ ਖੜੇ ਕਰ ਲੈਂਦੇ ਆ, ਇਹਨੂੰ ਜ਼ਰਾ ਉਹ ਕਮਰੇ 'ਚ ਲੈ ਜਾਓ, ਇਹ ਨਹੀਂ ਜਾ ਸਕਦਾ ਅੱਗੇ, ਉਹਦੇ ਕੋਲ ਵੀਜ਼ਾ ਨਹੀਂ ਹੈ। ਇਸੇ ਕਰਕੇ ਜਿਹਨਾਂ ਨੇ ਨਾਮ ਜਪਣ ਵਾਲਾ ਵੀਜ਼ਾ ਜਪ ਜਪ ਕੇ ਆਪਣੇ ਮਸਤਕ 'ਚ ਆਹ ਨਿਸ਼ਾਨ ਨਹੀਂ ਪੈਦਾ ਕੀਤਾ ਹੁੰਦਾ, ਉਹ ਦਰਗਾਹ 'ਚ ਐਂਟਰ ਨਹੀਂ ਹੋ ਸਕਦਾ। ਇਹ ਡਿਸਿਪਲਿਨ ਹੈ। ਅੱਜ ਅਸੀਂ ਉਹ ਅੰਕ ਲੈਣ ਲੱਗੇ ਜਪਦਾ ਜਿਹਦੀ ਡਿਸਿਪਲਿਨ ਅਸੀਂ ਰੋਜ਼ ਪਾਠ ਕਰਦੇ ਹਾਂ, ਇਹਦਾ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ। ਜੇ ਕਿਤੇ ਇਹਨੂੰ ਵਿਚਾਰ ਲਈਏ ਸਾਡੀਆਂ ਚਾਂਗਰਾਂ ਨਿਕਲ ਜਾਣ। ਇਹ ਮਹਾਰਾਜ ਅਸੀਂ ਵੀ ਨਾਮ ਜਪ ਲਈਏ। ਤੋ ਜਿਹੜੇ ਉਹ ਨਿਸ਼ਾਨ ਹੈ, ਇਹ ਨਿਸ਼ਾਨ ਸਾਹਿਬ ਇਹਨਾਂ ਨਾਲ ਉਦੋਂ ਤੋਂ ਲਿਆ ਕੇ ਬਾਹਰ ਉਹਦੇ ਹੀ ਪੁਸ਼ਾਕੇ ਪਵਾ ਰਹੇ ਹੈ। ਉਹਨੂੰ ਨਿਸ਼ਾਨ, ਉਹ ਨਿਸ਼ਾਨ ਆ ਕਾਇਮ ਕਰੋ। ਆ ਤੁਹਾਡਾ ਜਿਹੜਾ ਨਿਸ਼ਾਨ ਲਈ ਫਿਰਦੇ ਹੋ ਦਰਗਾਹ 'ਚ ਨਹੀਂ ਦਰਗਾਹ ਤੋਂ ਮਹਾਰਾਜ ਕਹਿੰਦੇ ਹੈ ਨਦਰੀ ਕਰਮੇ ਪਵੈ ਨਿਸ਼ਾਨ, ਨਦਰੀ ਕਰਮੇ ਪਵੈ ਨਿਸ਼ਾਨ। ਕਹਿੰਦਾ ਕੱਚ ਪਕਾਈ ਉੱਥੇ ਪਾਏ। ਤੂੰ ਇੱਥੇ ਤੇ ਬੜਾ ਮਹਾਂਪੁਰਖ ਬਣ ਗਿਆ, ਸਾਧ ਸੰਤ ਬਣ ਗਿਆ, ਤੈਨੂੰ ਉੱਥੇ ਜਾ ਕੇ ਨਾ ਤੂੰ ਐਂਟਰ ਹੀ ਨਹੀਂ ਹੋ ਸਕਣਾ। ਕੱਚਾ ਤੇ ਪੱਕਾ ਲਈ ਹੀ ਉਹ ਬਾਰਡਰ ਲਾਈਨ ਲਾਈ ਹੈ। ਦਰਗਾਹ 'ਚ ਅਸੀਂ ਐਂਟਰ ਨਹੀਂ ਹੋ ਸਕਦੇ, ਬਲਕਿ ਉੱਥੇ
ਜੇ ਕੋਈ ਭੁੱਲਾ ਚੁੱਕਾ ਦੌੜ ਕੇ ਵੜ ਵੀ ਜਾਵੇ ਉਸ ਥਾਂ ਜਾਂ ਸਾਰੇ ਤੋਂ, ਉਹ ਪਛਾਣਿਆ ਜਾਂਦਾ। ਉੱਥੇ ਉਹਨਾਂ ਨੂੰ ਰੇ 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 ਇਹ ਕੌਣ ਆ ਗਿਆ। ਤੇ ਜਿਹੜੇ ਨਾਮ ਜਪਿਆ ਹੁੰਦਾ ਉਹਨੂੰ ਕਹਿੰਦੇ ਆਓ ਜੀ, ਆਓ ਜੀ। ਬਾਣੀ 'ਚ ਲਿਖਿਆ ਉਹ ਕੌਣ ਹੁੰਦੇ ਨੇ। ਮਹੱਲਾ ਪੰਜਵਾਂ ਕਹਿੰਦਾ ਰਾਰਾ ਰੰਗ ਹੋਇਆ ਮਨ ਆਪਣਾ, ਰਾਰਾ ਰੰਗ ਹੋਇਆ ਮਨ ਆਪਣਾ, ਰਾਰਾ ਰੰਗ ਹੋਇਆ ਮਨ ਆਪਣਾ, ਇਹ ਰਾਰਾ ਰੰਗ ਹੋਇਆ ਮਨ ਆਪਣਾ। ਮਨ ਕਿੱਦਾਂ ਰੰਗਿਆ ਜਾਂਦਾ। ਹਰ ਹਰ ਜਾਪ ਜਪੋ ਜਪ ਰਸਨਾ, ਹਰ ਹਰ ਜਾਪ ਜਪੋ ਜਪ ਰਸਨਾ, ਇਹ ਰਾਰਾ ਰੰਗ ਹੋਇਆ ਮਨ ਆਪਣਾ, ਰਾਰਾ ਰੰਗ ਹੋਇਆ ਮਨ ਆਪਣਾ। ਹਰ ਹਰ ਜਾਪ ਜਪੋ ਜਪ ਰਸਨਾ, ਹਰਿ ਹਰਿ ਜਾਪ ਜਪੋ ਜਪ ਰਸਨਾ, ਇਹ ਵਾਹਿਗੁਰੂ 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 ਵਾਹਿਗੁਰੂ, ਇਹ ਹਰ ਹਰ ਜਾਪ ਜਪੋ ਜਪ ਰਸਨਾ। ਰਸਨਾ ਨਾ ਜਪਣ ਦਾ ਹੁਕਮ ਹੈ। ਕਈ ਕਹਿੰਦੀ ਜੀ ਰਸਨਾ ਨਾ ਜਪਣ ਦਾ, ਓਏ ਐਡਾ ਸਖਤ ਹੁਕਮ ਮਹੱਲੇ ਪੰਜਵੇਂ ਦਾ ਗੁਰੂ ਅਰਜਨ ਦਾ, ਜਿਹਨੇ ਸਭ ਤੋਂ ਜ਼ਿਆਦਾ। ਉਹ ਕਹਿੰਦਾ ਰਸਨਾ ਜਪਣਾ ਪੈਣਾ। ਰਸਨਾ ਜਿਹੜੀ ਬਾਣੀ ਪੜ੍ਹਦੀ ਹੈ ਜਾਂ ਰਸਨਾ ਜਿਹੜੀ ਹੋਰ ਚੀਜ਼ ਕਰਦੀ ਹੈ, ਨਾਮ ਨਹੀਂ ਜਪਦੀ। ਰਸਨਾ ਨਾ ਜਪੇ ਨਾਮ ਤਿਲ ਤਿਲ ਕਰ ਕੱਟੀਏ। ਮਹੱਲਾ ਪੰਜਵਾਂ। ਸਾਨੂੰ ਹੁਕਮ ਲੈਣੇ ਪੈਣੇ ਆ ਬਾਣੀ ਚੋਂ। ਇਸ ਕਰਕੇ ਰਸਨਾ ਨਾ ਜਪੇ ਨਾਮ ਨੂੰ ਟੋਟੇ ਟੋਟੇ ਕਰ ਸਿਟੋ ਦੇ ਉਸ ਰਸਨਾ ਦਾ। ਇਸ ਕਰਕੇ ਜਿਉਂ ਜਿਉਂ ਰਸਨਾ ਨਾਲ ਨਾਮ ਜਪਾਂਗੇ ਰੰਗ ਚੜੇਗਾ। ਇਸ ਬਾਣੀ ਜੇਰ ਪੈ ਹੈ ਰੂੜੀ ਬਾਣੀ ਜੇਰ ਪੈ, ਰੇ ਮਨ ਰੂੜੇ ਰੰਗ ਲੈ ਤੂੰ ਸੱਚਾ ਰੰਗ ਚੜਾ। ਨੇ ਆਪਣਾ ਹਰ ਹਰ ਨਾਮ ਜਪੋ ਜਪ ਰਸਨਾ, ਇੱਕ ਨਾਮ ਮਜੀਠੜਾ ਤੇਰਾ, ਇੱਕ ਨਾਮ ਮਜੀਠੜਾ ਤੇਰਾ, ਇੱਕ ਨਾਮ ਮਜੀਠੜਾ ਤੇਰਾ, ਇੱਕ ਨਾਮ ਮਜੀਠੜਾ, ਇੱਕ ਨਾਮ ਮਜੀਠੜਾ ਤੇਰਾ, ਇੱਕ ਨਾਮ ਮਜੀਠੜਾ। ਰੱਤਾ ਮੇਰਾ ਚੋਲਾ ਰੱਤਾ, ਰੱਤਾ ਮੇਰਾ ਚੋਲਾ ਰੱਤਾ, ਰੱਤਾ ਮੇਰਾ ਚੋਲਾ ਸਾਧ ਰੰਗ। ਉਹ ਰੰਗ ਲੈਣਾ ਨਹੀਂ ਹੈ, ਸਾਧ ਰੰਗ ਢੋਲ। ਉਹ ਪੰਜਾਬੀ ਦਾ ਲਫ਼ਜ਼ ਢੋਲਣਾ ਮਾਰਿਆ। ਢੋਲ ਮੱਖਣਾ ਦਿਲ ਪਰਦੇਸੀਆਂ ਦਾ ਰਾਜੀ ਰੱਖਣਾ। ਇਹ ਢੋਲ ਉੱਥੋਂ ਉਹ ਸਾਡਾ ਪੰਜਾਬੀ ਦਾ ਲਫ਼ਜ਼ ਆ। ਢੋਲ ਮੱਖਣਾ ਦਿਲ ਪਰਦੇਸੀਆਂ ਦਾ ਰਾਜੀ ਰੱਖਣਾ। ਤੇ ਮਹਾਰਾਜ ਰੱਬ ਨੂੰ ਢੋਲਾ ਕਹਿ ਰਿਹਾ। ਤੇਰਾ ਏਕ ਨਾਮ ਮਜੀਠੜਾ ਤੇਰਾ, ਏਕ ਨਾਮ ਮਜੀਠੜਾ। ਰੱਤਾ ਮੇਰਾ ਚੋਲਾ ਸਾਧ ਰੰਗ ਢੋਲ ਰਹਾਓ, ਰੱਤਾ ਮੇਰਾ ਚੋਲਾ ਸਾਧ ਰੰਗ ਢੋਲਾ, ਰਾਰਾ ਰੰਗ ਹੋਇਆ ਮਨ ਆਪਣਾ, ਰਾਰਾ ਰੰਗ ਹੋਇਆ ਮਨ ਆਪਣਾ। ਹਰ ਹਰ ਨਾਮ ਜਪੋ ਜਪ ਰਸਨਾ, ਹਰ ਹਰ ਨਾਮ ਜਪੋ ਜਪ ਰਸਨਾ। ਰੇ ਰੇ ਦਰਗੇ ਕਹੇ ਨਾ ਕੋ, 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 ਰੇ ਰੇ ਦਰਗੇ ਕਹੇ ਨਾ ਕੋ। ਜਿਨ੍ਹਾਂ ਨੂੰ ਨਾਮ ਜਪਿਆ ਹੁੰਦਾ ਉਹਨਾਂ ਨੂੰ ਕਹਿੰਦੇ ਆਓ ਬੈਠ, ਆਦਰ ਸਭ ਦਿਓ ਨਹੀਂ ਹੈ, ਸ਼ੁਭ ਹੈ, ਥੱਲੇ ਔਂਕੜ ਹੈ। ਆਓ ਬੈਠ ਆਦਰ ਸ਼ੁਭ ਦਿਓ। ਆਦਰ ਸ਼ੁਭ ਕੀ ਹੈ? ਵੈਲ ਕਮ। ਆਓ ਜੀ, ਜੀ ਆਇਆਂ ਨੂੰ ਕਈਆਂ ਨੇ ਘਰ ਦੇ ਉੱਤੇ ਲਾਇਆ ਹੁੰਦਾ, ਉੱਥੇ ਇਹ ਲਿਖਿਆ ਆਓ ਜੀ ਜੀ ਆਇਆਂ ਨੂੰ। ਬਾਕੀਆਂ ਨੂੰ ਰੇ ਰੇ ਦਰਗੇ ਕਹੇ ਨਾ ਕੋ, ਰੇ ਰੇ ਦਰਗੇ ਕਹੇ ਨਾ ਕੋ। ਆਓ ਬੈਠ, ਆਓ ਬੈਠ, ਆਓ ਬੈਠ, ਆਦਰ ਸ਼ੁਭ ਦੇ।
रामदास सोडी तिलक दिया सच शब्द निशान। सोहने पंच परवान सोहने पंच परवान उत्थे सुनते आ फिर तिथे सोहने पंच पंच कहते सिलेक्टेड हो जाते हैं जिन्हों के मत्थे च शब्द आ जाता पंच परवान पंच प्रधान पंचे पावे धरगे मान तिथे सोहने पंच परवान तिथे परवान के नाने नूं औंकड़ा परवान होईयां रूहां उत्थे पहुंचदियां तिथे सोहने पंच परवान पर नादरी करमे पवै नादरी करमे पवै आ दरगाह का नक्शा अगे बाणी खोल दिया फिर इस जप नूं खोलिया उथे केड़े सौंदे है तेरे भगत प्यारे राम तेरे भगत प्यारे राम तेरे भगत ਜਿਹੜੇ ਆਪਣਾ ਇਹ ਸਾਰੀ ਚੀਜ਼ ਦਾ ਨਕਸ਼ਾ ਹੈ ਅੱਗਾ ਹੈ। ਜੇ ਅਸੀਂ ਜਮਦੂਤ ਨਾ ਮੰਨਾਂਗੇ ਗੁਰੂ ਤਦੇ ਤੇ ਕਹਿੰਦੇ ਵੀ ਆ ਜਿਹੜੀ ਬਾਣੀ ਅਸੀਂ ਪੜ੍ਹਦੇ ਆਂ ਜੇ ਕਿਤੇ ਅਸੀਂ ਸੋਚ ਲਈਏ ਸਾਡੀਆਂ ਚੰਗਰਾਂ ਨਿਕਲ ਜਾ ਵੀ ਅਸੀਂ ਕੋਈ ਅੱਗਾ ਪਿੱਛਾ ਸੀ ਹੁਣ ਹੈ ਅੱਗਾ ਹੈ ਤੇ ਨੇ ਕਾਲ ਹੈ। ਜੇ ਇਹ ਅਸੀਂ ਥਿਊਰੀ ਇਹ ਕੌਣ ਦੀ ਥਿਊਰੀ ਮੰਨਦੇ ਦੁਨੀਆ ਦੇ ਵੱਡੇ ਦੋ ਮਜ਼ਹਬ ਇਹ ਥਿਊਰੀ ਨਹੀਂ ਮੰਨਦੇ ਇਸ ਥਿਊਰੀ ਨੂੰ ਕਹਿੰਦੇ ਆਵਾਗਾਉਣ ਦੀ ਥਿਊਰੀ ਵੀ ਜੂਨਾ ਹੈ ਅੱਗਾ ਹੈ ਪਿੱਛਾ ਹੈ ਹੁਣ ਹੈ ਤਰੇ ਕਾਲ ਨੇ ਔਰ ਬੰਦਾ ਏਦਾਂ ਰੂਹ ਆਤਮਾ ਅਮਰ ਹੈ ਪਰ ਇਹ ਪਾਉਂਦੀ ਹੈ ਇਸ ਕਰਕੇ ਤਿੰਨ ਕਾਲ ਹੈ ਜੇ ਅੱਗਾ ਜੇ ਹੁਣ ਹੈ ਪਿੱਛੇ ਵੀ ਤਦੇ ਲਿਖਿਆ ਜਿਨ ਕੋ ਪੂਰਬੇ ਲਿਖਿਆ से आए मिले गुर पास जे सारी फिलॉसफी फेल हो जाए सारी बाणी गलत हो जाए लेकिन उन्होंने जिन्ना कि पता है उन्होंने गुणा की सांझ कर लो बाकी जो अग्गा देखना है तो आ जरा विचार करया करो आ जड़ा अंक है 34वां आओ इनू फिर पढ़ लीए भी उत्थे जाके सारा कुछ लिखा होना ਇਹਦੇ ਚ एक ऐसा लफ्ज लिखे है ਜਿਹੜਾ ਅਸੀਂ हाईलाइट किया है कर्म दी विचार होएगी पर दो वारी कर्म लिख दिता कर्मी कर्मी होए विचार ये दो वारी लिखण का मतलब है भी जिस वेले इनकम टैक्स लाउण वाले किसी बड़े बंदे दे उत्ते इनकम टैक्स लाउंदे है ना ਉਹਦੀ जिन्नी आमदन की लिस्ट बनाउंदे सारी करके वो जिहड़ा लिस्ट बनाउण वाला हुंदा ना वो कहंदा जी आ इन्ने रुपए ते इन्ने पैसे ਜਾਂ ਤੇਲੇ ਜਾਂ ਇੰਨੀ ਮਾਇਆ ਇਹਦੇ ਕੋਲ ਐਗਜ਼ੈਕਟ ਹੈ ਤੇ ਆਹ ਵੈਟ ਟੈਕਸ ਇਹ ਵਾਲੇ ਨੇ ਹਲੀ ਇੰਨੀ ਦਾ ਟੈਕਸ ਨਹੀਂ ਦਿੱਤਾ ਉਹ ਫਿਰ ਕਹਿੰਦੇ ਅੱਛਾ ਪਾਈਆਂ ਤੇਲੇ ਆਨੇ ਉਹਨੇ ਛੱਡ ਦਿਓ ਜਿਹੜੇ ਮੋਟੇ ਰੁਪਏ ਨੇ ਜਰਾ ਲਿਆਓ ਇਹਨਾਂ ਤੇ ਟੈਕਸ ਲੈ ਲਈ ਰੱਬ ਇਹ ਨਹੀਂ ਕਰਦਾ ਉੱਥੇ ਇੱਕ ਇੱਕ ਕਰਮ ਦੀ ਵਿਚਾਰ ਹੁੰਦੀ ਹੈ ਤਾਂ ਲਿਖਿਆ ਕਰਮੀ ਕਰਮੀ ਉਹਦਾ ਐਡਾ ਤਕੜਾ ਕੰਪਿਊਟਰ ਹੈ ਜਿਹਨੇ ਸਾਨੂੰ ਐਡੇ ਦਿੱਤੇ ਉਹਦੀ ਸਕਰੀਨ ਤੇ ਸਭ ਕੁਝ ਆ ਜਾਂਦਾ ਵੀ ਇਸ ਵੇਲੇ ਇਹਨੇ ਕਿੱਧਰ ਨਿਗਾਹ ਕੀਤੀ ਸੀ ਕਿਹੜਾ ਭੈੜਾ ਕਦਮ ਪੱਟਿਆ ਸੀ ਕਰਮੀ ਕਰਮੀ ਇੱਕ ਇੱਕ ਬੰਦੇ ਦਾ ਐਕਸ਼ਨ ਉੱਥੇ ਵਾਚਿਆ ਜਾਂਦਾ ਹੈ ਇਹ ਨਹੀਂ ਵੀ ਇਨਕਮ ਟੈਕਸ ਨੂੰ ਬਾਕੀ ਛੱਡ ਦਿਓ ਜੀ ਛੋਟੇ ਨਾ ਉੱਥੇ ਸੱਚਾਈ ਉੱਥੇ ਬਿਲਕੁਲ ਐਸੀ ਚੀਜ਼ ਫਿੱਟ ਹੈ ਜਿਹੜੇ ਗਾਂ ਗਏ ਆ ਬਾਣੀ 'ਚ ਖਾਸ ਲਿਖੇ ਆ ਵੀ ਉੱਥੇ ਕੋਈ ਵੀ ਕਰਮ ਦੀ ਮਾਫੀ ਨਹੀਂ ਹੈ ਕਿਉਂਕਿ ਕਰਮ ਦਾ ਫਲ ਦੇਣਾ ਉਹਨੇ ਭਾਵੇਂ ਥੋੜਾ ਵੱਡਾ ਕੀਤਾ ਅਸੀਂ ਤਦੇ ਕਹਿੰਦੇ ਹੁੰਦੇ ਆ ਚੋਰੀ ਕੱਖ ਦੀ ਵੀ ਤੇ ਲੱਖ ਦੀ ਵੀ ਇਸ ਕਰਕੇ ਡਿਸਹੋਨੈਸਟੀ ਜਾਂ ਅਸੀਂ ਜੋ ਵੀ ਅਸੀਂ ਕੰਮ ਕਰਦੇ ਹਾਂ ਧਿਆਨ ਨਾਲ ਜ਼ਿੰਦਗੀ 'ਚ ਪੈਰ ਪੱਟੀਓ ਇੱਕ ਇੱਕ ਕਰਮ ਦਾ ਫਲ ਮਿਲਦਾ ਹੈ ਉਹ ਫਲ ਦਿੰਦਾ ਹੈ ਲੇਕਿਨ ਇਹੋ ਕਰਮਾਂ ਦੀ ਖੇਡ ਹੈ ਕਰਮ ਫਿਲਾਸਫੀ ਇਹੋ ਹੈ ਵੀ ਇਹ ਕਰਮਾਂ ਦੇ ਨਾਲ ਹੀ ਸਾਰੀ ਦੁਨੀਆ ਬਣਦੀ ਹੈ ਇਸੇ ਕਰਕੇ ਬਾਬਾ ਨਾਨਕ ਉਸ ਪੰਡਤ ਨੂੰ ਜਿਹੜਾ ਸਾਡਾ ਵੇਦਾਂ ਸ਼ਾਸਤਰਾਂ 'ਚ ਆਇਆ ਉਹ ਸਾਰਾ ਇਹੋ ਵਿਚਾਰ ਹੈ ਵੀ ਕਰਮ ਬਹੁਤ ਵੱਡੀ ਚੀਜ਼ ਆ ਅਸੀਂ ਵੀ ਮੰਨਦੇ ਹਾਂ ਕਰਮ ਦੀ
ਪਰ ਸਭ ਤੋਂ ਉੱਚਾ ਜਿਹੜਾ ਕਰਮ ਆ ਉਹ ਇਹ ਹੈ, ਸਭ ਤੇ ਉੱਤਮ ਹਰੇ ਹਰੇ ਕਾਮ, ਸਭ ਤੇ ਉੱਤਮ ਹਰੇ ਹਰੇ ਕਾਮ। ਇਹ ਕਿਹਨਾਂ ਨੇ ਦਿੱਤਾ ਸਾਨੂੰ? ਜਿਹੜੇ ਦੱਸਦੇ ਆ ਵੀ ਅੱਗਾ ਹੈ, ਉੱਥੇ ਵਿਚਾਰ ਹੋਣੀ ਹੈ। ਗੁਰਪੂਰੇ ਦਿਰੜਿਆ ਹਰੇ ਨਾਮ, ਗੁਰਪੂਰੇ ਦਿਰੜਿਆ ਹਰੇ ਨਾਮ। ਇਹ ਸਭ ਤੇ ਉੱਤਮ ਹਰੇ ਹਰੇ ਕਾਮ। ਬਾਕੀ ਜਿਹੜੇ ਕੰਮ ਤੂੰ ਕਰ ਰਿਹਾ ਹੈ, ਇਹਨਾਂ ਦਾ ਤੈਨੂੰ ਫਲ ਮਿਲੇਗਾ। ਤਦੇ ਮਹਾਰਾਜ ਬਾਬਾ ਨਾਨਕ ਦਾ ਰਹਾਉ ਦੀ ਤੁਕ ਦਿੰਦੇ, ਸੁਣ ਪੰਡਤ ਕਰਮਕਾਰੀ, 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 ਸੁਣ ਪੰਡਤ ਕਰਮਕਾਰੀ। ਜਿਸ ਕਰਮ ਸੁਖ ਉਪਜੇ ਭਾਈ ਸੋ ਆਤਮ ਤਤ ਵਿਚਾਰੀ, ਜਿਸ ਕਰਮ ਸੁਖ ਉਪਜੇ ਭਾਈ ਸੋ ਆਤਮ ਤਤ ਵਿਚਾਰੀ, ਜਿਸ ਕਰਮ ਸੁਖ ਉਪਜੇ ਭਾਈ ਸੋ ਆਤਮ ਤਤ ਵਿਚਾਰੀ, ਸੋ ਆਤਮ ਤਤ ਵਿਚਾਰੀ। ਸੁਣ ਪੰਡਤ ਕਰਮਕਾਰੀ, ਸੁਣ ਪੰਡਤ ਕਰਮਕਾਰੀ। ਉਹ ਆਸਾ ਮਨਸਾ ਕਰਨੀ ਵੀ ਕਰਮ ਹੈ। ਕੋਈ ਤੁਸੀਂ ਆਸਾ ਕਰ ਲਓ, ਕੋਈ ਕਹਿ ਲਓ ਮਨਸਾ ਕਹਿੰਦੇ ਆ, ਮਨ ਦੇ ਮਗਰ ਲੱਗ ਕੇ ਜਿਹੜੀ ਵੀ ਚਾਹ ਚਾਣ ਕੇ ਮਨਸਾ ਕਰ, ਕਹਿੰਦੇ ਇਹਦੇ ਨਾਲ ਵੀ ਵਧਿਆ ਜਾਏਗਾ, ਕਿਉਂਕਿ ਜਹਾਂ ਆਸਾ ਤਹਾਂ ਬਾਸਾ। ਇਹ ਆਸਾ ਮਨਸਾ ਬੰਦ ਨਹੀਂ ਭਾਈ। ਇੱਥੋਂ ਸ਼ਬਦ ਸ਼ੁਰੂ ਕਰਦਾ ਮਹੱਲਾ ਪਹਿਲਾ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜਗ ਜਾਇਆ ਭਾਰੀ। ਭਾਈ ਸਾਰਾ ਜਗ ਪਾਪ ਪੁੰਨ ਨਾਲ ਹੀ ਬਣਦਾ ਹੈ, ਉਹਦਾ ਫਲ ਬੀਜਣਾ ਵੱਢਣਾ ਏਦਾਂ ਚੱਲਦਾ ਹੈ ਕਾਮੇ ਚੱਕਰ। ਆਸਾ ਮਨਸਾ ਬੰਧਨੀ ਪਾਈ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜਗ ਜਾਇਆ ਭਾਈ। ਬਿਨ ਸੇ ਨਾਮ ਬਸਾਰੀ, ਨਾਮ ਵਾਲੀ ਗੱਲ ਆ ਲਾ, ਕਿਉਂ? ਸਭ ਤੇ ਉੱਤਮ ਹਰੇ ਹਰੇ ਕਾਮ, ਹੈ ਗੁਰਪੂਰੇ ਦਿਰੜਿਆ ਹਰੇ ਨਾਮ, ਹੈ ਗੁਰਪੂਰੇ ਦਿਰੜਿਆ ਹਰੇ ਨਾਮ। ਇਹ ਨਾਨਕ ਗਿਆ ਜਾਪੈ ਜਾਏ, ਨਾਨਕ ਗਿਆ ਜਾਪੈ ਜਾਏ। ਇਹ ਕਰਮੀ ਕਰਮ ਕਿੱਥੇ ਗਿਆ? ਜਿੱਥੇ ਆ ਦਰਬਾਰ ਲੱਗਾ ਉੱਥੇ ਕੀ ਹੁੰਦਾ ਹੈ? ਕਰਮੀ ਕਰਮੀ ਹੋਏ ਵਿਚਾਰ, ਕਰਮੀ ਕਰਮੀ ਹੋਏ ਵਿਚਾਰ। ਉਹ ਵਿਚਾਰ ਕੀ ਹੈ? ਬਹੁਤ ਡੂੰਗੀ ਹੈ। ਇਹਨੂੰ ਖੋਲਣ ਲਈ ਬਾਬੇ ਨਾਨਕ ਨੇ ਉਹ ਪੌੜੀ ਸਾਨੂੰ ਦਿੱਤੀ ਹੈ। ਜਿਸ ਵੇਲੇ ਉਹ ਕਰਤਾਰਪੁਰ ਸੀ, ਉਹਦਾ ਉਸ ਪੌੜੀ ਲੋਕ ਮੁਸਲਮਾਨ ਵੀ ਸਾਰੀ ਦੁਨੀਆ ਕਾਨਿਆਂ ਤੇ ਗਾਉਂਦੀ ਸੀ। ਐਸਾ ਗੀਤ ਉਹ ਮਸ਼ਹੂਰ ਹੋਇਆ ਬਾਬੇ ਨਾਨਕ ਦਾ। ਉਹ ਕਹਿੰਦੇ ਉਹ ਲੋਕੋ ਬਚੋ, ਉਹਦਾ ਕਰਤਾਰਪੁਰ ਇੱਕ ਆਇਆ, ਉਹ ਨਵਾਂ ਨਗਰ ਵਸਾ ਰਿਹਾ ਉੱਥੇ, ਉਹਦੀ ਆ ਪੌੜੀ ਗਾਉਂਦੇ ਸੀ ਸਾਰੀ ਦੁਨੀਆ। ਔਰ ਇਹਦੇ 'ਚ ਮੁਸਲਮਾਨੀ ਲਫ਼ਜ਼ ਹੈ, ਕਿਉਂਕਿ ਉਹ ਸਾਰੀ ਕਰਤਾਰਪੁਰ ਦੀ ਜ਼ਮੀਨ ਇੱਕ ਮੁਸਲਮਾਨ ਸਿੱਖ ਨੇ ਦਿੱਤੀ ਸੀ। ਜਿੱਥੇ ਬਾਬਾ ਆਲੇ ਦੁਆਲੇ ਰਿਹਾ, ਬਾਬਾ ਨਾ ਫਿਰ ਆਉਣ ਕੇ ਅਖੀਰ ਦੀ ਉਮਰ 'ਚ, ਕਿਉਂਕਿ ਗਾਂ ਜੋਤ ਛੱਡਣੀ ਸੀ, ਫਿਰ ਰਾਵੀ ਦੇ ਕੰਢੇ ਜ਼ਮੀਨ ਇੱਕ ਮੁਸਲਮਾਨ ਨੇ ਆਫਰ ਕੀਤੀ, ਮਹਾਰਾਜ ਇੱਥੇ ਠਿਕ ਜਾ ਮੇਰੀ ਜ਼ਮੀਨ 'ਚ। ਉਹ ਜ਼ਮੀਨ ਚਾਣ ਕੇ ਮਹਾਰਾਜ ਨੇ ਫਿਰ ਅਖੀਰ ਉਮਰ ਤੱਕ ਉੱਥੇ ਰਿਹਾ, ਉੱਥੇ ਹੀ ਲੈਣਾ ਆਇਆ ਰਾਵੀ ਦੇ ਕੰਢੇ, ਮਾਤਾ ਨੂੰ ਜਾਂਦਾ ਜਾਂਦਾ ਤਾਂ ਉਸ ਕਰਤਾਰਪੁਰ, ਉਹਦਾ ਨਾਮ ਫਿਰ ਮਹਾਰਾਜ ਨੇ ਦੇਖੋ ਕੈਸਾ ਲਿਖਿਆ, ਕਰਤਾਰਪੁਰ। ਇਸ ਕਰਕੇ ਉੱਥੇ ਮਹਾਰਾਜ ਨੇ ਫਿਰ ਆਹ ਪੌੜੀ ਉਸ ਵੇਲੇ ਕਹਿੰਦੇ ਦੁਨੀਆ ਮੁਸਲਮਾਨ ਵੀ ਸਾਰੇ ਗਾਉਂਦੇ ਫਿਰਦੇ ਸੀ ਵੀ ਅੱਗਾ ਹੈ। ਇਸ ਕਰਕੇ ਅਸੀਂ ਉਹ ਪੌੜੀ ਸ਼ੁਰੂ ਕਰਨ ਲੱਗੇ ਹਾਂ। ਆ ਦੇਖੋ ਕਰਮੀ ਕਰਮੀ ਕਿੱਦਾਂ ਵਿਚਾਰ ਹੁੰਦੀ। ਉੱਥੇ ਤੇ ਕੰਪਿਊਟਰ ਦੀ ਖਰੇ ਕਿੱਡੀ ਵੱਡੀ ਸਕਰੀਨ ਹੈ, ਜਿਸ ਵੇਲੇ ਰੂਹਾਂ ਜਾਂਦੀਆਂ ਹੈ ਉਹਨਾਂ ਨੂੰ ਬਹਿ ਲੇਖਾ ਕਰ ਸਮਝਾਇਆ। ਅਨਿਆਏ ਨਹੀਂ ਹੁੰਦਾ,
ਉਸ ਰੂਹ ਨੂੰ ਕਹਿੰਦੇ ਆ ਦੇਖ ਤੇਰਾ ਲੇਖਾ, ਤੂੰ ਆ ਬੜਾ ਕੰਮ ਕੀਤਾ ਸੀ ਨਾ, ਤੇ ਤੈਨੂੰ ਫਿਰ ਸੋਚ ਕਹਿੰਦਾ ਓਏ ਤੇ ਸਭ ਕੁਝ ਹੀ ਪਤਾ। ਆ ਦੇਖ ਬਹਿ ਲੇਖਾ ਕਰ ਸਮਝਾਇਆ, ਉਹਨੂੰ ਸਮਝਾਉਂਦੇ ਆ ਵੀ ਆ ਦੇਖ ਲੈ ਆਪਣਾ ਲੇਖਾ। ਫਿਰ ਉਹ ਰੂਹ ਕੰਮ ਦੀ ਵੀ ਹਾਂ ਮੈਂ ਕੀਤਾ। ਇਸ ਕਰਕੇ ਉਹ ਤੇ ਬੈਠਾ ਕੱਢ ਬਹੀ, ਬੈਠਾ ਕੱਢ ਬਹੀ। ਉੱਥੇ ਤੇ ਬਹੀ ਖੁੱਲੀ ਪਈ ਹੈ। ਬਹੀ ਹੁੰਦੀ ਸੀ, ਬਹੀ ਖਾਤਿਆਂ ਦੇ ਪਿੱਛੇ ਜਿੰਨੇ ਕਰਦਾ ਲਿਆ ਸਾਰਾ ਐ, ਫਿਰ ਅਗਲਾ ਬਾਣੀਆਂ ਬਹੀ ਕੱਢ ਕੇ ਬਹਿ ਜਾਂਦਾ ਸੀ। ਮਹਾਰਾਜ ਕਹਿੰਦਾ ਉਹ ਤੇ ਬੈਠਾ ਕੱਢ ਬਹੀ, ਬੈਠਾ ਕੱਢ ਬਹੀ, ਉਹਨੇ ਕੱਢ ਬਹੀ। ਲੇਖਾ ਰੱਬ ਮੰਗੇ ਸਿਆ, ਲੇਖਾ ਰੱਬ ਮੰਗੇ ਸਿਆ। ਮੰਗੇਗਾ ਲੇਖਾ ਹੋਏਗਾ। ਮਤ ਇਸ ਡਰ ਚ ਰਹੋ ਵੀ ਅੱਗਾ ਹੈ ਨਹੀਂ। ਲੇਖਾ ਰੱਬ ਮੰਗੇ ਸਿਆ, ਲੇਖਾ ਰੱਬ ਮੰਗੇ ਸਿਆ। ਬੈਠਾ ਕੱਢੇ ਬਹੀ, ਬੈਠਾ ਕੱਢੇ ਬਹੀ। ਨਾਨਕ ਆਖੇ ਰੇ ਮਨਾ, ਨਾਨਕ ਆਖੇ ਰੇ ਮਨਾ। ਸੁਣੀਐ ਸਿੱਖ ਸਹੀ, ਸੁਣੀਐ ਸਿੱਖ ਸਹੀ। ਸਹੀ ਚੀਜ਼ ਹੈ ਇਹ, ਹੈ ਸਪੈਕੂਲੇਸ਼ਨ ਨਹੀਂ ਹੈ। ਅੱਗਾ ਸਪੈਕੂਲੇਸ਼ਨ ਨਹੀਂ ਹੈ, ਅੱਗਾ ਆਈਡੀਓਲੋਜੀ ਨਹੀਂ ਹੈ, ਅੱਗਾ ਸੱਤੋ ਹੀ ਸੱਤ ਹੈ। ਸਹੀ ਪਾਤੀ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਮਾਨਸ ਦੇ ਲਹੀ। ਨਾਨਕ ਕਹਿਤ ਮਿਲਨ ਕੀ ਵਰਿਆ, ਸਿਮਰਤ ਕਹਾ ਨਹੀਂ। ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨ ਤੀਰਥ ਸੇਵੇ, ਚੋਟੀ ਕਾਲ ਗਹੀ। ਦਾਰਾ ਮੀਤ ਪੂਤ ਰਥ ਸੰਪਤ, ਧਨ ਪੂਰਨ ਸਭ ਮਹੀ। ਅਵਰ ਸਗਲ ਮਿਥਿਆਏ ਜਾਨੋ, ਭਾਜਨ ਰਾਮ ਕੋ ਸਹੀ। ਇਹ ਲੇਖਾ ਰੱਬ ਮੰਗੇ ਸਿਆ, ਇਹ ਨਾਨਕ ਆਖੈ ਰੇ ਮਨਾ। ਸੁਣੀਏ ਸਿੱਖ ਸਹੀ, ਸੁਣੀਏ ਸਿੱਖ ਸਹੀ। ਇਹ ਨਹੀਂ ਵੀ ਮੈਂ ਪੌੜੀ ਸਹੀ ਕਹਿ ਰਿਹਾ ਹਾਂ। ਇੱਥੇ ਹੀ ਦਰਸ਼ਨ ਕਰੋ। ਇੱਥੇ ਨਾਨਕ ਦੇ ਕੱਕੇ ਨੂੰ ਔਂਕੜ, ਇੱਥੇ ਨਾਨਕ ਜੋਤ ਹੀ ਨਹੀਂ ਰਹੀ। ਆਪਣੇ ਆਪ ਨੂੰ ਡਰਾ ਰਹੇ ਨੇ, ਆਪਣੇ ਆਪ ਨੂੰ ਉਪਦੇਸ਼ ਦੇ ਰਹੇ ਨੇ ਵੀ ਨਾਮ ਨੂੰ ਆਖ, ਉਹਨੂੰ ਹੀ ਸੁਣ। ਸ਼ਬਦ ਦੀ ਖੇਡ ਦੇਣ ਲੱਗੇ ਮਹਾਰਾਜ। ਮਹੱਲਾ ਪਹਿਲਾ ਉੱਚ ਹੱਦੀ ਵੈਣ। ਹੇ ਨਾਨਕ ਤੂੰ ਨਾਮ ਨੂੰ ਆਖ ਤੇ ਉਹਨੂੰ ਹੀ ਸੁਣ। ਇਹੋ ਹੀ ਅਸਲ ਸਿੱਖਿਆ, ਇਹੋ ਹੀ ਅਸਲ ਸੱਚਾ ਉਪਦੇਸ਼ ਹੈ। ਸਿੱਖ ਸਹੀ ਕੀ ਹੈ? ਜਿਹੜਾ ਨਾਮ ਜਪੋ ਉਹਨੂੰ ਹੀ ਕੰਨਾਂ ਨਾਲ ਸੁਣੋ। ਨਾਨਕ ਆਖੈ ਰੇ ਮਨਾ। ਸੁਣਨਾ ਬਹੁਤ ਜ਼ਰੂਰੀ ਹੈ ਉਹਨੂੰ। ਸੁਣੀਐ ਸਿੱਖ ਸਹੀ, ਸੁਣੀਐ ਸਿੱਖ ਸਹੀ। ਤਦੇ ਤੇ ਦਸਮ ਪਾਤਸ਼ਾਹ ਇਸ ਬਾਣੀ ਦੇ ਐਨ ਅਰਥ ਕਰ ਰਿਹਾ। ਸਾਚ ਕਹੋ ਸੁਨ ਲੇਵ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਾਚ ਕਹੋ ਸੁਨ ਲੇਹੋ ਸਭੈ, ਭਾਈ ਸੁਣੀਐ ਸਿੱਖ ਸਹੀ, ਸੁਣੀਐ ਸਿੱਖ ਸਹੀ। ਦਾਰਾ ਘਰ ਵਾਲੀ ਤੇ ਘਰ ਵਾਲਾ, ਦਾਰਾ ਦਾਰਾ ਤੁਹਾਡਾ ਕੋਈ ਮਿੱਤਰ ਸਕੇ ਤੋਂ ਸਕਾ। ਦਾਰਾ ਮੀਤ
ਪੁੱਤਰ ਤੁਹਾਡਾ ਦਾਰਾ ਮੀਤ ਪੂਤ ਆ ਤੁਹਾਡੀਆਂ ਕੈਡਲਿਕ ਕਾਰਾਂ ਮਰਸ ਦੀਆਂ ਕਾਰਾਂ ਉਸ ਵੇਲੇ ਰੱਥਾਂ ਹੁੰਦੀਆਂ ਸੀ ਦਾਰਾ ਮੀਤ ਪੂਤ ਰੱਥ ਸੰਪਤ ਕਹਿੰਦੇ ਰੀਅਲ ਸਟੇਟ ਨੂੰ ਤੂੰ ਜਿੰਨੀ ਮਰਜ਼ੀਆਂ ਜਾਇਦਾਦਾਂ ਸਭ ਕੁਝ ਬਣਾ ਲਾ ਦਾਰਾ ਮੀਤ ਪੂਤ ਰੱਥ ਸੰਪਤ ਇਹ ਸਭ ਧਨ ਪੂਰਨ ਸਭ ਮਹੀ ਦਾ ਮਤਲਬ ਹੈ ਮਹੀਂਵਾਲ ਆ ਰੰਜ ਹੀਰ ਮੈਂ ਰਾਂਝਾ ਹੀਰ ਮਹੀਂਵਾਲ ਹੋਈ ਨਾ ਸੋਹਣੀ ਮਹੀਂਵਾਲ ਉਹ ਮਹੀਂਵਾਲ ਦਾ ਮਤਲਬ ਪਤਾ ਕੀ ਹੈ ਸਾਰੀ ਧਰਤੀ ਦਾ ਮਾਲਕ ਮਹੀ ਧਰਤੀ ਹੈ ਵੀ ਸਾਰੀ ਧਰਤੀ ਦਾ ਮਾਲਕ ਮਹੀਂਵਾਲ ਦੁਨੀਆ ਦਾ ਮਾਲਕ ਤੋ ਮਹੀ ਧਰਤੀ ਹੈ ਗੁਰੂ ਤੇਗ ਬਹਾਦਰ ਸਾਹਿਬ ਇਹਨੂੰ ਖੋਲਦੇ ਆ ਵੀ ਇਹ ਸਾਰੇ ਦੁਨੀਆ ਦੇ ਲੋਕ ਜਿੰਨੇ ਹੈ ਇਹ ਧਨ ਜੋੜਨ ਤੇ ਹੀ ਲੱਗੇ ਆ ਧਨ ਪੂਰਨ ਸਭ ਮਹੀ ਮੈਂ ਇਹਨਾਂ ਨੂੰ ਸਿੱਖਿਆ ਦੇਣਾ ਓਏ ਭਜਨ ਰਾਮ ਕੋ ਸਹੀ ਤੁਸੀਂ ਇਹਨੂੰ ਸਹੀ ਮੰਨੀ ਜਾਂਦੇ ਹੋ ਦਾਰਾ ਮੀਤ ਪੂਤ ਰਤ ਸੰਬਤ ਅਵਰ ਸਗਲ ਮਿਥਿਆ ਆਖੈ ਰੇ ਨਾਨਕ ਆਪਣੇ ਮਨ ਨੂੰ ਕਹਿੰਦਾ ਮਨ ਤੂੰ ਵੀ ਨਾਮ ਨੂੰ ਆਖ ਨਾਨਕ ਆਖੈ ਰੇ ਔਰ ਇਹਨੂੰ ਸੁਣ ਸੋਹਣੀ ਹੈ ਔਰ ਇਹੋ ਹੀ ਸਿੱਖ ਸਹੀ ਹੈ ਸੋਹਣੀ ਹੈ ਸਿੱਖ ਸਹੀ ਸੋਹਣੀ ਹੈ ਸਿੱਖ ਸੋਹਣੀ ਹੈ ਸਿੱਖ ਸਹੀ ਸੋਹਣੀ ਹੈ ਸਿੱਖ ਸਹੀ ਔਰ ਆਪਣੇ ਮਨ ਨੂੰ ਕਹਿ ਰਹੇ ਹੈ ਨਾਨਕ ਆਖੈ ਰੇ ਇਹ ਸੁਣੀਏ ਸਿੱਖ ਸਹੀ ਸੁਣੀਏ ਸਿੱਖ ਸਹੀ ਆਈ ਹੁਣ ਸਿੱਖਣ ਵਾਲੀ ਗੱਲ ਲੇਖਾ ਰੱਬ ਮੰਗੇ ਸਿਆ ਲੇਖਾ ਰੱਬ ਮੰਗੇ ਸਿਆ ਉਹ ਸੋਲਿਡ ਚੀਜ਼ ਉੱਥੇ ਪਈ ਹੈ ਬੈਠਾ ਉੱਥੇ ਚਾਂਗਰਾਂ ਨਿਕਲ ਜਾਂਦੀਆਂ ਰੂਹਾਂ ਦੀਆਂ ਉੱਥੇ ਜਾ ਕੇ ਪਤਾ ਲੱਗਦਾ ਹੈ ਭਈ ਆ ਸਭ ਚੀਜ਼ਾਂ ਉੱਥੇ ਖੁੱਲੀਆਂ ਪਈਆਂ ਹੈ ਔਰ ਅਸੀਂ ਹੱਡ ਬੀਤੀਆਂ ਰਿਕਾਰਡ ਕਰਾਈ ਆ ਰਹੇ ਹਾਂ ਵੀ ਡਰੀਏ ਅੱਗਾ ਹੈ ਲੇਖਾ ਰੱਬ ਮੰਗੇ ਸਿਆ ਲੇਖਾ ਰੱਬ ਮੰਗੇ ਸਿਆ ਪੌੜੀ ਦਿੱਤੀ ਵੀ ਉਹ ਡਰ ਲੇਖੇ ਤੂੰ ਉਹ ਸਭ ਕੋ ਲੇਖੇ ਵਿੱਚ ਹੈ ਪਰ ਮਨਮੁਖ ਨਾ ਨਹੀਂ ਮੰਨਣਾ ਸਭ ਕੋ ਲੇਖੇ ਵਿੱਚ ਹੈ ਮਨਮੁਖ ਹੰਕਾਰੀ ਸਭ ਕੋ ਲੇਖੇ ਵਿੱਚ ਹੈ ਮਨਮੁਖ ਹੰਕਾਰੀ ਮਨਮੁਖ ਹੰਕਾਰੀ ਉਹਨੇ ਅੱਗਾ ਮੰਨਣਾ ਹੀ ਨਹੀਂ ਮਨਮੁਖ ਹੰਕਾਰੀ ਮਨਮੁਖ ਹੰਕਾਰੀ ਉਹ ਕੀ ਕਰੇਗਾ ਹਰ ਨਾਮ ਕਦੇ ਨਾ ਚੇਤਿਓ ਹਰ ਨਾਮ ਕਦੇ ਨਾ ਚੇਤਿਓ ਆ ਦੇਖ ਹੁਣ ਅੱਗੇ ਕੀ ਹੋਏਗਾ ਤੂੰ ਜਮਾਂ ਨੂੰ ਮੰਨਦਾ ਨਹੀਂ ਨਾ ਜਾਮ ਕਾਲ ਸਿਰ ਮਾਰੀ ਜਾਮ ਕਾਲ ਸਿਰ ਮਾਰੀ ਇਹ ਸਭ ਕੋ ਲੇਖੇ ਵਿੱਚ ਹੈ ਮਨਮੁਖ ਹੰਕਾਰੀ ਇਹ ਸਭ ਕੋ ਲੇਖੇ ਵਿੱਚ ਹੈ ਮਨਮੁਖ ਹੰਕਾਰੀ ਅੱਗੇ ਰਾਓ ਵਿਖੜਾ ਇਹ ਅੱਗੇ ਰਾਓ ਵਿਖੜਾ ਕਿਉਂ ਤਰੀਏ ਤਾਰੀ ਇਹ ਅਗਰੀ ਹੈ ਤਾਰੀ ਓਏ ਧਿਆਨ ਨਾਲ ਕਰਮ ਕਰ ਸਭ ਕੋ ਲੇਖੇ ਵਿੱਚ ਹੈ ਮਨਮੁਖ ਹੰਕਾਰੀ ਸਭ ਕੋ ਲੇਖੇ ਵਿੱਚ ਹੈ ਮਨਮੁਖ ਹੰਕਾਰੀ ਪਰ ਉਸ ਬੇਇਤ ਖੁੱਲਣ ਤੋਂ ਪਹਿਲਾਂ ਦੂਸਰੇ ਜਿਨ੍ਹਾਂ ਨੇ ਨਾਮ ਜਪਿਆ ਹੁੰਦਾ ਉਹਨਾਂ ਦੀ ਲਾਈਨ ਹੀ ਹੋਰ ਹੁੰਦੀ ਹੈ ਉਹ ਕਹਿੰਦੇ ਆ ਲੇਖਾ ਪੜਿਆ ਹਰ ਨਾਮ ਕਹਿੰਦੀ ਜਦੋਂ ਉਹਨਾਂ ਦਾ ਲੇਖਾ ਖੁੱਲਦਾ ਹੈ ਉੱਥੇ ਕੀ ਪੜੋ ਲੇਖਾ ਪੜੀਏ ਨਹੀਂ ਹੈ ਲੇਖਾ ਪੜ੍ਹ ਐ ਪੜ੍ਹ ਕੇ ਜਦੋਂ ਉੱਥੇ ਲੇਖਾ ਹੁੰਦਾ ਹੈ ਲੇਖਾ ਪੜਿਆ ਹਰ ਨਾਮ ਫਿਰ ਲੇਖ ਨਾ ਹੋਈ ਲੇਖਾ ਪੜਿਆ ਹਰ ਨਾਮ
फिर लेख न होई। ये पूछ न सके कोई, पूछ न सके कोई, हारदार साध ढोई। ਉਹਦੀ ਸਦਾ ਹੀ ਢੋਈ ਹੈ, ਇੱਥੇ ਵੈਲਕਮ ਹੋ ਰਹੀ ਹੈ। ਇਹ ਪੁੱਛ ਨਾ ਸਕੇ ਕੋਈ, ਹਾਰਦਾਰ ਸਾਧ ਢੋਈ। ਇੱਥੇ ਤੱਕ ਜਿਹੜਾ ਡੈਥ ਦਾ ਇੰਚਾਰਜ ਹੈ ਕਾਲ, ਉਹਨੂੰ ਸਰੋਪਾ ਲੈ ਕੇ ਮਿਲਦਾ, ਕੋਈ ਭੇਂਟ ਲੈ ਕੇ ਉਸ ਰੂਹ ਦੇ ਅੱਗੇ ਖੜਾ ਹੋ ਜਾਂਦਾ। ਇਹ ਨਾਮ ਜਪਣ ਵਾਲੀ ਰੂਹੇ, ਆ ਮੈਂ ਤੈਨੂੰ ਭੇਂਟ ਕਰਦਾ ਆਪਣਾ ਸਰੋਪਾ। ਜਮ ਕਾਲ ਮਿਲੇ ਦੇ ਭੇਟ, ਜਮ ਕਾਲ ਮਿਲੇ ਦੇ ਭੇਟ। ਫੇਰ ਉਹ ਕਹਿੰਦਾ ਇਹ ਨਹੀਂ ਹੈ, ਤੂੰ ਤੇ ਬਖਸ਼ੀ ਰੂਹ ਹੈ, ਤੂੰ ਇੱਥੇ ਆ ਗਿਆ ਹੈ, ਮੈਂ ਵੀ ਜੂਨ ਚ ਹੈ, ਮੇਰੀ ਵੀ ਡਿਊਟੀ ਲੱਗੀ ਹੈ ਰੱਬ ਵੱਲੋਂ। ਡਿਊਟੀਆਂ ਤੇ ਹੈ ਧਰਮਰਾਜ, ਸਾਰੇ ਜਿੰਨੇ ਪੋਸਟਾਂ ਹੈ ਸਾਰਿਆਂ ਦੀ ਜੂਨਾ ਹੈ। ਜਮਦੂਤ ਦੀ ਵੀ ਜੂਨ ਹੈ, ਇਹ ਵੀ ਬਦਲਦੇ ਰਹਿੰਦੇ ਹੈ, ਇਹਨਾਂ ਦਾ ਵੀ ਉਧਾਰ ਹੁੰਦਾ ਹੈ। ਪਰ ਰੱਬ ਨੇ ਇਹ ਸਾਰੀਆਂ ਪੋਸਟਾਂ ਜਿੱਦਾਂ ਪੁਲਿਸ ਰੱਖੀ ਹੁੰਦੀ ਹੈ, ਸਾਰੀਆਂ ਪੋਸਟਾਂ ਹੈ, ਉਹ ਰੱਬ ਦੇ ਹੁਕਮ ਦੇ ਅੰਦਰ ਸਾਰਾ ਕਾਰਜ ਚੱਲ ਰਿਹਾ, ਉੱਤੇ ਉਹ ਹੈ। ਇਸ ਕਰਕੇ ਜਿਹੜੀ ਜਮਦੂਤ ਹੈ, ਜਿਹੜਾ ਜਮਕਾਲ ਹੈ, ਉਹ ਕਹਿੰਦਾ ਜੇ ਕਿਤੇ ਜਿੰਨ ਚਿਕਰ ਮੇਰੀ ਡਿਊਟੀ ਹੈ, ਆ ਤੇ ਲੈ ਭੇਟ, ਤੇ ਰੱਬ ਨੇ ਤੈਨੂੰ ਫੇਰ ਭੇਜਣਾ ਵਾ ਧਰਤੀ ਦੇ ਉੱਤੇ। ਤੂੰ ਤੇ ਬਖਸ਼ੀ ਰੂਹ ਹੈ, ਪਰ ਤੂੰ ਧਰਤੀ ਤੇ ਉਹਨੇ ਜ਼ਰੂਰ ਤੈਨੂੰ ਭੇਜਣਾ ਹੈ। ਜਿਸ ਵੇਲੇ ਧਰਤੀ ਤੇ ਭੇਜੇ ਤੈਨੂੰ, ਮੈਂ ਸੇਵਕ ਤੇਰਾ ਹਾਂ। ਇੱਥੇ ਨਹੀਂ, ਅੱਗੇ ਨਿੱਤ ਦਾ ਲਫ਼ਜ਼ ਹੈ। ਸੇਵਕ ਨਿੱਤ ਹੋਈ। ਜਿਹੜੀਆਂ ਰੂਹਾਂ ਨਾਮ ਜਪ ਜਾਂਦੀਆਂ, ਉਹਨਾਂ ਦੀ ਫੇਰ ਆਉਂਦੇ ਹੈ ਜੱਗ 'ਚ, ਆਉਂਦੇ ਉਹਨਾਂ ਦੀ ਡਿਊਟੀ ਹੁੰਦੀ, ਪਰ ਆਪਣੀ ਉਹਦੇ ਹੁਕਮ 'ਚ ਹੀ ਆਉਂਦੇ, ਹੁਕਮ 'ਚ ਚਲੇ ਜਾਂਦੇ, ਪਰ ਆਉਂਦੇ ਜਿਸਮ 'ਚ ਹੀ ਹੈ। ਇਸੇ ਤਰ੍ਹਾਂ ਜਿੱਦਾਂ ਗੁਰੂ ਆਏ, ਭਗਤ ਆਏ, ਪਰ ਉਹ ਜਨ ਪਰ ਉਪਕਾਰੀ ਆਏ, ਜੀਆ ਦਾਨ ਦੇ ਭਗਤੀ ਲੈਣ, ਹਰਸਿਓ ਲੈਣ ਮਨਾਏ। ਪਰ ਉਹ ਭਗਤ ਆਉਂਦੇ ਆ ਮੁੜ ਕੇ, ਜਾਂਦੇ ਵੀ ਆਪਣੀ ਮੌਤ 'ਚ ਹੈ। ਉਹ ਕਿਸ ਤਰ੍ਹਾਂ? ਅਸੀਂ ਇੱਕੋ ਮਿਸਾਲ ਦਾਂਗੇ ਜਿਹਦੇ ਨਾਲ ਚੀਜ਼ ਸਾਫ਼ ਹੋ ਜੂ। ਇੱਕ ਲੜਕਾ, ਇੱਕ ਬੱਚਾ, ਲੋਹੇ ਦਾ ਰਿਮ, ਉੱਤੋਂ ਟਿਊਬ ਲੱਥੀ ਹੈ, ਲੋਹੇ ਦਾ ਸਾਈਕਲ ਦਾ ਰਿਮ, ਇੱਕ ਡੰਡਾ ਹੱਥ 'ਚ ਹੁੰਦਾ, ਡੰਡੇ ਦੇ ਅੱਗੇ ਇੱਕ ਕੁੰਡੀ ਲੱਗੀ ਹੁੰਦੀ, ਹੁੱਕ ਜਿਹਾ, ਪਰ ਉਹ ਡੰਡੇ ਦੇ ਇੱਕ ਵਾਰੀ ਰੇੜ ਦਿੰਦਾ ਉਹਨੂੰ, ਰਿਮ ਨੂੰ, ਤੇ ਉਹਦੇ ਪਿੱਛੇ ਡੰਡਾ ਮਾਰ ਮਾਰ ਕੇ ਤੇ ਮਗਰ ਦੌੜਿਆ ਜਾਂਦਾ, ਤੇ ਉਹ ਰਿਮ ਚੱਲਦਾ ਜਾਂਦਾ। ਪਰ ਜਦੋਂ ਉਹਦੀ ਮਰਜ਼ੀ ਆਉਂਦੀ ਹੈ ਵੀ ਅੱਗੇ ਕੋਈ ਕਾਰ ਆ ਗਈ ਹੈ, ਮੈਂ ਇੱਕ ਬੰਨੇ ਆਪਣਾ ਰਿਮ ਕਰਨਾ ਘੁਮਾਉਣ ਵਾਲਾ, ਤੇ ਉਹ ਡੰਡਾ ਮਾਰਦਾ ਮਾਰਦਾ ਨਾ ਉਸ ਕੁੰਡੀ ਨੇ ਚੱਕ ਕੇ ਨਾ ਰਿਮ ਛੇਤੀ ਨਾਲ ਪਰੇ ਹੋ ਜਾਂਦਾ, ਰਿਮ ਖੜਾ ਹੋ ਜਾਂਦਾ। ਇਸ ਤਰ੍ਹਾਂ ਜਿਹੜੀਆਂ ਰੂਹਾਂ ਦੀ ਡਿਊਟੀ ਲੱਗਦੀ ਹੈ, ਉਹ ਆਪਣੀ ਡਿਊਟੀ ਘੁਮਾ ਕੇ ਆਪਣੀ ਮਰਜ਼ੀ ਨਾਲ ਰਿੰਗ ਸੁੱਟਦੇ, ਉਸ ਵੇਲੇ ਆਪਣਾ ਜੀਵਨ ਸਾਰਾ ਫਿਰ ਚਲੇ ਜਾਂਦੇ। ਇਸ ਤਰ੍ਹਾਂ ਇੱਕ ਚੱਕਰ ਚੱਲਦਾ ਹੈ। ਅਕਾਲ ਪੁਰਖ ਉਹਨਾਂ ਦੀ ਸੇਵਾ ਲੈਂਦਾ। ਜਿਨ ਕੋ ਪੂਰਬੇ पूर्व जन्म हम तुमरे सेवक, कबीर साहब, अब तो मिटिया ना जाई। मैं हुण फिर रिंग घुमाउंदे आ, मैं फिर आ गया, पर तेरे द्वारे धुन सहज की माथे मेरे जगाई। 120 साल तक रिंग घुमाया उस जलाए ना, एडा वड्डा भगत हो गया। 120 साल तो बाद उन्हें अपनी कुंडी पाई, कहते बात सुन ली मैं। असीं किसों सानू हड्ड बीतियां मैं क्यों रिकॉर्ड करा रहा? मैं हैरान हो गया। असी जोड़ मेला एले च रखिया जिहड़ा पहला, सानू साढ़े बच्चे सारे छोटे, साढ़े संगत ज्यादा होनी सी, इधरों भी आ गई सारी, ते असी लभदे फिरीए थां, चर्च देखे, किते देखे भी संगत आनी है सारी किते। वो हार के ना एक उधर हिंदुस्तान दे जिहड़े आउंदे है ना, ज्यादा बिजनेस करते, इन वगैरह बनाउंदे, मार दुकानां ग्रोसरी दियां खोलदे, गुजराती। ਉਹ ਇੱਕ ਗੁਜਰਾਤੀ ਬੀਬੀ ਆ ਗਈ। ਅਸੀਂ ਉਹਦੇ ਕੋਈ ਦੇਖ ਰਹੇ ਸੀ ਵੀ ਇੱਥੇ ਇਹਨਾਂ ਦੇ ਹੋਟਲ ਹੈ ਤੇ ਲਾਗੇ ਹੈ ਨਾ, ਚਲੋ ਹੋਟਲ ਕਿਰਾਏ ਤੇ ਛੋਟੀ ਜਿਹੀ ਲੈ ਕੇ, ਹਿੰਦੁਸਤਾਨੀ ਹੈ, ਸਾਡੇ ਕੋਲ ਥੋੜੇ ਜਿਹੇ ਪੈਸੇ ਦੇ ਕਿਰਾਇਆ ਲੈ। ਉਹਨਾਂ ਨੇ ਦੇਖ के कहते जी आप ना हमारी ये जो इन है ना, ये किराए पर बेशक ले लो, पर आपसे किराया हम ज़्यादा नहीं चार्ज करेंगे। ਤੇ ਆਪ ਇੱਥੋਂ ਜਾਣੇ ਸੀ ਸਾਰੇ संग। अभी कुछ तो उत्थे बिठा, कहते जी आप हमारा मकान देख लें, हमने अभी अभी खरीदा है, और वो समुंदर के किनारे है सारा, उस पर आप अपना सारा भजन मंडली करें, तो हमारे घर
हमने नया खरीदा, हमने अभी फर्नीचर में नहीं लाया, कुछ नहीं लगा, वो खाली है और उसका हम किराया नहीं चार्ज करेंगे। वो असी मकान जाके देखा थे, बड़ा पसंद आया। असी मैं तो सवरना मनजीत ना असी जाके कह आ जगह ठीक है। असी उन्होंने मकान के उत्ते ना जोड़ मेले का प्रोग्राम शुरू कर दिता। असी ਉਹਦੇ इंतजाम तो पहला ਜਦੋਂ गए हैं ਉਹਦੇ घर जिथे ਉਹਦੇ सारे होटल सी ਉਹ ਸਾਰੇ ਤੇ ਉਹਦੇ ਥੱਲੇ ਉਹਦਾ ਨਾ ਆਫਿਸ ਸੀ ਤੇ ਨਾਲ ਹੀ ਘਰ ਛੋਟਾ ਜਿਹਾ ਬਣਾਇਆ ਸੀ, ਉੱਥੇ ਹੀ ਰਹਿੰਦੇ ਸੀ। ਸਾਨੂੰ ਉਹਨਾਂ ਨਾਲ ਨਾ ਪਿਆਰ ਨਾ ਮੈਨੂੰ ਵੀ ਸਾਰੇ। ਤਾਂ ਉਹਨਾਂ ਦੀ ਜਿਹੜੀ ਲੜਕੀ ਸੀ ਨਾ ਨੋ, ਉਹ ਕੰਮ ਜ਼ਿਆਦਾ ਕਰਦੀ, ਸੱਸ ਤੇ ਸਹੁਰਾ ਸਾਰੇ ਜਰਾ ਬਿਰਧ ਹੋ ਚੁੱਕੇ। ਉਹ ਸਾਨੂੰ ਕਹਿੰਦੇ ਉਹ ਸਵਰਨਾ ਜੀ ਮੈਨੂੰ ਮਾਮਾ ਜੀ ਕਹਿਣਾ, ਤੇ ਉਹਨੇ ਵੀ ਮੈਨੂੰ ਮਾਮਾ जी कहना शुरू कर। कहते मामा जी आप ना हमारे घर चले। कहते क्यों? कहते जी आपकी शक्ल कबीर साहब जैसी है। ओ मैंने कहा मैंने तो कभी कबीर साहब को देखा। कहते नहीं मुझे यह लगता है आप हमारे घर चले, आपको एक चीज दिखाएंगे। मैं उन्होंने घर जिस वे गया ना भाई साहब जी कमरे च एक एडी वड्डी फोटो लगी, आहा खुश हो गया मैं क्या ये बहुत एक बिरध बंदा, एडी लम्मी दाढ़ी, ਉਹਦੇ केस भी ਐਨ खिलरे, उत्ते उन्हें टोपी जरूर पाई लम्मी जी जिदा पुरातन कबीर साहब की असल शक्ल, ते दाढ़ी मुछां एडी डी लम्मी दाढ़ी धुन्नी सेदा और पिछे बाल सारे पूरे। और मैं क्या ये कौन है महापुर? कहते जी ये कबीर साहब है, हम कबीर पंथी हैं। ओ मैं कहे तो हो जलाए है क्योंकि वो सारे, लेकिन वो एडे बिजनेसमैन सारे एडे भगत। कहते जी हम कबीर पंथी हैं। मैं क्या शुक्र है ऐसी थाई जगह मिली और कबीर साहब के दर्शन करके मैं क्या देखो कबीर साहब। कहते जी 120 साल की बाद ये चले गए थे, लेकिन ये बुढ़ापे की तस्वीर है कबीर साहब जी। कबीर जी हम कबीर को मानते हैं। और फिर जोड़ मेले च पाई साहब जी ओ कबीर दी बाणी लाई, ओ मोह हो गए, ਉਹ ਸੁਣਦੇ ਹੀ ਰਹੇ ਸਾਰੇ। ਇੱਥੇ ਤੱਕ ਹੋਇਆ ਅਖੀਰਲਾ ਦਿਨ ਖੰਡੇ ਬਾਟੇ ਦੀ ਪੌਲ ਲੈਣੀ ਸੀ ਤੇ ਉਹ ਜਿਸ ਵੇਲੇ ਪੌਲ ਵਰਤੀ ਸਿੰਘਾਂ ਦੀ, ਉਹਨਾਂ ਦੀ ਤੇ ਉਹ ਬੀਬੀ ਦੀ ਸੱਸ ਆ ਗਈ। ਉਹ ਕੀਰਤਨ ਸੁਣਦੀ ਰਹੀ ਸੀ ਤੇ ਉਹਦਾ ਘਰ ਵਾਲਾ ਆ ਗਿਆ ਤੇ ਉਹ ਸਾਰੇ ਪੰਜਾਂ ਜੀ ਉਹਨਾਂ ਨੇ ਲਫ਼ਜ਼ ਸਿੱਧੇ ਜੇ ये हमको भी ये दो बुकटर, हमको ये जो हो रहा है ना हमको भी दो। देखो पूर्व वेले कर्म जागने थी। मैंने कहा बहन जी आपको तो देख सकते हैं, आपके जो घर वाला है ना ये जरा तैयारी करें, हमारे थोड़ा सी असूल है कि हम कबीर साहब की तरह पूरे साबित सूरत जो हो ना उसको फॉल देते हैं। जा तो ये वादा कर ले कि मैं साबित सूरत हो जाऊंगा, अब इसको अभी दे देते। लेकिन जैसे कबीर साहब है ना, हमारी ये थोड़ा सा असूल है कि साबित सूरत का मतलब उसी तरह रहे सारी उम्र। अगर ये रहना मंजूर कर ले हमें कोई ये भी ले तो ओ अभी क्या आप ऐसे करें, इनको अभी रहने दें, आप ले लें, आपको दे सकते हैं क्योंकि आपके केस हैं। बीबी ने केस ने है ਉਹ ਤੇ ਨਮਾਜ਼ ਹੋ ਗਈ ਭਾਈ ਸਾਹਿਬ ਜੀ ਸਾਰੀ। ਪਹਿਲਾਂ ਪਾਲ ਉਹਨੂੰ ਪੂਰੀ ਸਿੰਘਾਂ ਨਾਲ ਗੁਰਮੰਤਰ ਦੜਾਇਆ, ਸਾਰਾ ਕੇ ਦਿੱਤਾ, ਉਹਨੂੰ ਪਾਲ ਦਿੱਤੀ ਔਰ ਪਾਲ ਦੇ ਕੇ ਨਾ ਬੀਬੀ ਪਰ ਉਹ ਤੇ ਛੋਟੀ ਉਹਦੀ ਨੂੰਹ ਆ ਗਈ, ਕਹਿੰਦੀ ਹਮੇ ਵੀ ਦੋ। ਮੈਂ ਕਿਹਾ ਵੀ ਬੀਬੀ ਅਸ਼ਕਾ ਦੇ ਉਹਨੂੰ ਵੀ ਜਿਸ ਵੇਲੇ ਪੌਲ ਦਿੱਤੀ ਸਾਰਾ ਕੁਛ ਭਾਈ ਸਾਹਿਬ ਜੀ। ਉੱਥੋਂ ਬਾਅਦ ਇੱਥੇ ਸਵਾਗ ਹਾਲੀ ਤੱਕ ਉਹ ਜੁੜੇ ਪਏ ਸੰਗਤ ਨਾਲ। ਔਰ ਉੱਥੋਂ ਕਹਿੰਦੇ ਜੀ ਜਦ ਆਪ ਜੋੜ ਮੇਲਾ ਅਸੀਂ कोई 6 महीने बाद उन्होंने फिर गए। कहते जी आप तो ऐसा वजन किया हमारा लाखों का बिक रहा है वो मकान, अब हमने इतने में लिया कितने लाख, हम अभी देते नहीं भी जहाँ भजन अभी पता नहीं कितनी कीमत चढ़े। मैं क्या तो उन्हें पौल ली असी मूवी बनाई है। इस करके ऐसा भजन है ਜਿਹੜਾ ਕਿ ਬੰਦਾ ਦੂਸਰੀ ਹੱਕ ਸੇ ਕਬੀਰ ਸਾਹਿਬ ਅਸੀਂ ਫਿਰ ਉੱਥੇ ਕਬੀਰ ਦੇ ਭਜਨ ਲਾਏ ਤੇ ਅਸੀਂ ਇਹੋ ਜਿਹੀਆਂ ਤੁਕਾਂ ਜਦੋਂ ਛੱਡੀਆਂ ਵੀ ਆਹ ਦੇਖੋ ਸਾਡੀ ਬਾਣੀ। कहते जी हमारे कबीर के जो भजन है वो हूबहू आपकी बानी से मिलते हैं। तो ਅੱਜ ਅਸੀਂ ਉਹ ਪੌੜੀ ਪੜ੍ਹ ਰਹੇ ਹਾਂ ਜਿਹਦੇ ਉੱਤੇ ਉਹਨਾਂ ਨੇ ਸਾਨੂੰ ਭਜਨ ਉੱਥੇ ਦੇ ਸੁਣਾਏ ਕਬੀਰ ਸਾਹਿਬ ਵਾਲੇ। ਲੈ ਬੈਠਾ ਕੱਢ ਨਹੀਂ ਬੈਠਾ लेखा पढ़िया हर नाम फिर लेख न होई, पूछ न सकते कोई
हर दर सज ढोई जमकाल मिले दे भेट सेवक नित होई। हे भगत रू तू मुड़ के फिर दुनिया च जाना है, मैं तेरा नेती सेवक है। जदों मुड़ के जावें उत्थे जरा मैनू याद करी, मैं हेठली उत्ते कर दूँ उस वेले, क्योंकि संग बसत है तेरे काल। वो काल जिहड़ा देवता हुंदा भगतां दे अंडर हुंदा है, लेकिन उहनूं वरतदे नहीं है। वो कहंदे जरा तू सानू सेवा बख्शी, देख असीं की करदे हैं। इसे करके महाराज ने रामकली आनंद च लिखिया, शिव शक्त आप उपाय के करता अपना हुक्म वरताए। ये सब शक्तियां उहदे कोल है। इसे करके दसम पातशाह कहंदे दे शिवा बार। शिवा अलहदा नहीं है, शिवा बार है शक्ति। इधर आ जड़ी तू शिव जी नूं दिंदा हुंदा जां किसे नूं दिंदा, जरा फड़ा मेरे हत्थ च भी, मैं भी दुष्टां नूं सिद्धे करने। दे शिवा बार मोहे यह है, मैनू आ दे शक्ति ताकि मैं भी जरा दुष्ट भनने सब कुछ करना। ये गुरु गोबिंद सिंह साहब को शक्ति सी। शिव शक्त आप उपाय के करता अपना हुक्म वरताए। इस करके जी ये है, ये काल दे वस है और काल भगतां दे अंडर हुंदा। जम काल मिले दे भेट सेवक नित होई अनहद धुनी दर बज कदों पूरे घोर ते महल पाया। पूरे घोर ते महल पाया, ऐस महलां च बाणी आई है सारी। पूरे घोर ते महल पाया ए पत परगट लाई, सारी दुनिया च मेरी पत हो गई। पूरे घोर ते महल पाया पत परगट लाई। आह वजन लगियां अनहद शब्द, अनहद धुनी दर वजदे वजदे वजदे, अनहद धुनी दर वजदे भाई, अनहद धुनी दर वजदे मिलिया हर सोई। अनहद धुनी दर वजदे मिलिया हर सोई। अनहद धुनी दर वजदे, अनहद धुनी दर वजदे मिलिया हर सोई। मिलिया हर सोई, मिलिया हर सोई। ए लिखा पढ़िए हरि नाम, फिर लेख ना होई। लेखा पढ़िया हर नाम फिर लेख न होई। लेखा पढ़िया हर नाम फिर लेख न होई। लेखा पढ़िया हर नाम फिर लेख न होई। पूछ न सके कोई हर दर सज ढोई। पूछ न सके कोई हर दर सज ढोई। जमकाल मिले दे भेट सेवक नित होई। 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 पूरे गुर ते महल पाया पत परगट लोई। नानक अनहद धुनी दर वजदे 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 वाहिगुरू 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 वाहिगुरू
ਇੱਕ ਆਖ ਆਖੈ ਸ਼ਬਦ ਆਖੈ ਪੁਰਖ ਦਿਨ ਰਾਤੇ ਇੱਕ ਆਖ ਆਖੈ ਸ਼ਬਦ ਆਖੈ ਅਰਧ ਪੁਰਖ ਦਿਨ ਰਾਤੇ ਆਖਣ ਔਖਾ ਸੁਣਨਾ ਔਖਾ ਆਖਣ ਔਖਾ ਸੁਣਨਾ ਔਖਾ ਆਖਣੇ ਜਾਪੇ ਆਖੇ ਇੱਕ ਆਖ ਆਖੈ ਸ਼ਬਦ ਆਖੇ ਅਰਧ ਪੁਰਖ ਦਿਨ ਰਾਤੇ ਇੱਕ ਆਖ ਆਖੈ ਸ਼ਬਦ ਆਖੈ ਅਰਧ ਪੁਰਖ ਦਿਨ ਰਾਤੇ Hmm.